जद कोई दिल दे बाग दे अंदर फुल जिंदगी दा ना खिलिया, दुनिया दी पुस्तक दे अंदर गीत समय दा ना मिलिया। सच कहंदा उस दिन मेरा रद्दिया गाना याद करोगे दुनिया वालेओ, एक दिन मेरा सच समझाना याद करोगे। कोल हां ताइयों फिक्र नहीं करदे, जद तुर जाना याद करोगे। ਯਿਸੂ ਦੀ ਆਵਾਜ਼ ਦਿਲ ਨਾਲ ਰਹੇ ਸੁਣਦੇ, ਆਪਣੇ ਗੁਜ਼ਾਰਿਆਂ ਲਈ ਜਾਲ ਰਹੇ ਬੁਣਦੇ। ਯਿਸੂ ਦੀ ਆਵਾਜ਼ ਦਿਲ ਨਾਲ ਰਹੇ ਸੁਣਦੇ, ਆਪਣੇ ਗੁਜ਼ਾਰਿਆਂ ਲਈ ਜਾਲ ਰਹੇ ਬੁਣਦੇ। ਹੱਥਾਂ ਨਾਲ ਸਾਰੇ ਕੰਮਕਾਰ ਰਹੇ ਕਰਦੇ, ਵਗਦੇ ਜ਼ਖਮਾਂ ਨਾਲ ਅਸੀਂ ਪ੍ਰਚਾਰ ਰਹੇ ਕਰਦੇ, ਵਗਦੇ ਜ਼ਖਮਾਂ ਨਾਲ ਅਸੀਂ ਪ੍ਰਚਾਰ ਰਹੇ ਕਰਦੇ। ਸੋ ਰੋਹਾਨ ਟੀਵੀ ਦੇਖ ਰਹੇ ਸਾਰੇ ਸਰੋਤਿਆਂ ਦਾ ਮੈਂ ਤਹਿ ਦਿਲ ਤੋਂ ਧੰਨਵਾਦ ਕਰਦਾ ਹਾਂ। ਮੈਂ ਮਸੀਹ ਦੇ ਵਿੱਚ ਤੁਹਾਡਾ ਭਰਾ ਪਾਸਟਰ ਸਰਵਣ ਮੇਜਰ, ਔਰ ਅੱਜ ਜਿਨ੍ਹਾਂ ਨੂੰ ਤੁਹਾਡੇ ਰੂਬਰੂ ਕਰਨ ਵਾਸਤੇ ਜਾ ਰਿਹਾ ਹਾਂ, ਮਸੀਹ ਸ਼ਾਇਰੀ ਦੇ ਬਾਦਸ਼ਾਹ ਦਾ ਖਿਤਾਬ ਮੇਰੇ ਦਿਲ ਦੀਆਂ ਗਹਿਰਾਈਆਂ ਤੋਂ ਇਹਨਾਂ ਨੂੰ ਜਾਂਦਾ ਹੈ, ਕਿਉਂਕਿ ਜੋ ਖੁਦਾ ਪ੍ਰਸਤ ਲੋਕ ਖੁਦਾ ਦੀ ਖਿਦਮਤ ਦੇ ਵਿੱਚ ਸ਼ਾਇਰੀ ਲਿਖਦੇ ਨੇ, ਸ਼ਾਇਰੀ ਗਾਉਂਦੇ ਨੇ, ਸ਼ਾਇਰੀ ਕਰਦੇ ਨੇ, ਜਾਂ ਪ੍ਰਭੂ ਦੀ ਵੰਦਨਾ ਪ੍ਰਭੂ ਦੀ ਆਰਾਧਨਾ ਦੇ ਵਿੱਚ ਲਿਖਦੇ ਗਾਉਂਦੇ ਨੇ, ਸੱਚਮੁੱਚ ਉਹ ਆਦਰ ਦੇ ਯੋਗ ਨੇ। ਅੱਜ ਇਸ ਜਗ੍ਹਾ ਤੇ ਮੇਰੀ ਦਰਖਵਾਇਸ਼ ਹੈ, ਮੇਰੀ ਮੁਰਾਦ ਹੈ, ਅਸੀਂ ਉਸਤਾਦ ਕਹਿ ਸਕਦੇ ਹਾਂ, ਮਸੀਹ ਸ਼ਾਇਰੀ ਦੇ ਉਸਤਾਦ ਇਮਾਨਤ ਗਿੱਲ ਜੀ। ਸੋ ਅੱਜ ਮੈਂ ਇਹਨਾਂ ਨੂੰ ਤੁਹਾਡੇ ਰੂਬਰੂ ਕਰਨ ਵਾਸਤੇ ਜਾ ਰਿਹਾ ਹਾਂ। ਸੋ ਪਾਸਟਰ ਸਾਹਿਬ ਜੀ, ਮੈਂ ਤੁਹਾਡਾ ਦਿਲ ਦੀਆਂ ਗਹਿਰਾਈਆਂ ਤੋਂ ਇਸ ਸਟੂਡੀਓ ਦੇ ਵਿੱਚ ਪਹੁੰਚਣ ਤੇ ਧੰਨਵਾਦ ਕਰਦਾ ਹਾਂ। ਜੈ ਮਸੀਹ ਕੀ ਜੀ, ਪ੍ਰਭੂ ਤੁਹਾਨੂੰ ਬਰਕਤ ਦੇ। ਸੋ ਸਾਡੇ ਸਰੋਤੇ ਤੁਹਾਡੇ ਜੀਵਨ ਕਾਲ ਦੇ ਬਾਰੇ, ਤੁਹਾਡੀ ਜ਼ਿੰਦਗੀ ਦੇ ਬਾਰੇ ਵਿਸਥਾਰ ਦੇ ਨਾਲ ਜਾਣਨਾ ਚਾਹੁੰਦੇ ਨੇ ਜੀ। ਮੈਂ ਸਭ ਤੋਂ ਪਹਿਲਾਂ ਪ੍ਰਭੂ ਯਿਸੂ ਮਸੀਹ ਦਾ ਧੰਨਵਾਦੀ ਹਾਂ, ਤੇ ਉਸ ਤੋਂ ਬਾਅਦ ਰੋਹਾਨ ਟੀਵੀ ਦੀ ਸਾਰੀ ਟੀਮ ਨੂੰ ਔਰ ਪਾਸਟਰ ਸਰਵਣ ਮੇਜਰ ਜੀ, ਤੁਹਾਨੂੰ ਬਹੁਤ-ਬਹੁਤ ਤੁਹਾਡਾ ਧੰਨਵਾਦ ਕਿ ਅਸੀਂ ਸਭ ਇਕੱਠੇ ਹੋਏ ਹਾਂ ਪ੍ਰਭੂ ਦੀ ਮਹਿਮਾ ਦੇ ਲਈ। ਤੇ ਜੇ ਮੈਂ ਆਪਣੇ ਬਾਰੇ ਦੱਸਾਂ ਤੇ ਮੇਰਾ ਨਾਮ ਤੁਸੀਂ ਦੱਸ ਹੀ ਚੁੱਕੇ ਹੋ, ਪਾਸਟਰ ਅਮਾਨਤ ਗਿੱਲ ਜੀ। ਤੇ ਮੇਰਾ ਜਨਮ 17/4/1985 ਨੂੰ ਪਿੰਡ ਸਤਕੋਏ ਦੇ ਵਿੱਚ ਜ਼ਿਲ੍ਹਾ ਗੁਰਦਾਸਪੁਰ ਚ ਹੋਇਆ। ਠੀਕ ਹੈ ਜੀ। ਤੇ ਮੈਂ ਆਪਣੀ ਮਾਂ ਦੇ ਘਰ ਲਗਭਗ 8 ਸਾਲ ਬਾਅਦ ਪੈਦਾ ਹੋਇਆ। ਪਹਿਲਾ ਬੱਚਾ ਮੈਂ ਹੀ ਹਾਂ, ਉਸ ਤੋਂ ਛੋਟੀ ਮੇਰੀ ਇੱਕ ਭੈਣ ਹੈ, ਫਿਰ ਭਰਾ ਹੈ, 3 ਅਸੀਂ ਭੈਣ ਭਰਾ ਹਾਂ। ਤੇ ਸਾਡੇ ਪਰਿਵਾਰ ਦੇ ਵਿੱਚ ਲਗਭਗ ਗਾਉਣ ਵਾਲੇ ਸੀ, ਲੇਕਿਨ ਲਿਖਣ ਵਾਲੇ ਨਹੀਂ ਸੀਗੇ। तो प्रभु ने मैनू ये किरपा दी कि उसने मैनू कलम दी जिहदे राही मैं खुदावन यीशु मसीह की महिमा कर सकां। तो बस हुण मैं तुहाडे विच हां, तुसीं जाणदे ही हो किवें प्रभु मैनू इस्तेमाल कर रहा है, तो किवें लोकां तक गीत जा रहे हैं, नवीं सोच जा रही है। धन्नवाद प्रभु दा, प्रभु इसी तरह इस्तेमाल करदा रहे। सो पास्टर साहब जी, तुहाडी शुरुआत मसीह शायरी तो ही हुई जां तुसीं पहलां कुछ होर लिखदे सी? जी नहीं, मेरी शुरुआत जिहड़ी आ मसीह शायरी तो नहीं हुई जी। मैं उस्ताद शायरां दे नाल बैठिया ते +1 दे विच मैनू साडी टीचर ने सैमसन हंस, वो मैनू लै गए सुलखन सरहदी जी, जिहड़े मेरे उस्ताद ने। सुलखन सरहदी जी? सुलखन सरहदी, ओके जी। पिंड इन्हां दा कुहाड़ आ। ठीक है। ते वो मैनू उत्थे लै के गए ते उन्हां ने मैनू कहा कि बेटा ये सीखना की हुंदा है, सिर्फ यही है कि तू लिखी जा, ते किताबां पढ़, वड्डे शायरां नूं पढ़, कवितावां पढ़, गज़लां सब पढ़, ਸਾਹਿਤ ਨੂੰ ਸਾਰੇ ਨੂੰ पढ़। ਤੇ ਮੈਂ ਉਹ ਕਿਤਾਬਾਂ ਨੂੰ ਪੜ੍ਹਨਾ ਸ਼ੁਰੂ ਕੀਤਾ ਜੀ। ਤੇ ਉਸ ਤੋਂ ਬਾਅਦ ਫਿਰ ਮੈਨੂੰ ਜਿਉਂ-ਜਿਉਂ ਪ੍ਰੇਰਨਾ ਮਿਲਦੀ ਗਈ, ਮੈਂ ਪੰਜਾਬੀ ਦੇ ਕਵੀਆਂ ਨੂੰ ਪੜ੍ਹਿਆ ਤੇ ਕਈ ਚੀਜ਼ਾਂ ਮੈਂ ਲਿਖੀਆਂ।
ਕਵਿਤਾਵਾਂ, ਗਜ਼ਲਾਂ, ਗੀਤ ਜ਼ਿਆਦਾਤਰ। ਤੇ ਜਿਹੜੀ ਮੈਂ ਜੋ ਸ਼ਾਇਰੀ ਦੀ ਤਾਲੀਮ ਉਸਤਾਦ ਜੀ ਦੇ ਕੋਲੋਂ ਲਈ ਉਹ ਸੀਗੀ ਗਜ਼ਲ ਦੀ। ਕੀ ਬਾਤ। ਗਜ਼ਲ ਦੀ ਮੈਂ ਤਾਲੀਮ ਲਈ ਸੀ। ਗਜ਼ਲ ਦੇ ਬਹਿਰਾਂ ਤੋਂ ਜਾਣੂ ਹੋਇਆ ਔਰ ਗਜ਼ਲ ਦੀਆਂ ਕਈ ਬਰੀਕੀਆਂ ਤੋਂ ਮੈਂ ਜਾਣੂ ਹੋਇਆ। ਇਸ ਕਰਕੇ ਮੇਰੇ ਗੀਤਾਂ ਦੇ ਅੰਦਰ ਗਜ਼ਲ ਦੀ ਜਿਹੜੀ ਉਹ ਮਹਿਕ ਆਉਂਦੀ ਹੈ। ਗਜ਼ਲ ਮੇਰੇ ਗੀਤਾਂ ਦਾ ਹਿੱਸਾ ਆ। ਇਸ ਕਰਕੇ ਪ੍ਰਭੂ ਦਾ ਧੰਨਵਾਦ ਕਿ ਜਦੋਂ ਮੈਂ ਪ੍ਰਭੂ ਦੇ ਵਿੱਚ ਆਇਆ ਫਿਰ ਮੈਂ ਮਸੀਹ ਗਜ਼ਲਾਂ, ਮਸੀਹ ਕਵਿਤਾਵਾਂ, ਗੀਤ ਲਿਖਣੇ ਸ਼ੁਰੂ ਕੀਤੇ ਔਰ ਹੁਣ ਤੱਕ ਪ੍ਰਭੂ ਨੇ ਮੈਨੂੰ ਇੱਥੋਂ ਤੱਕ ਤੁਹਾਡੇ ਰੂਬਰੂ ਕਰਵਾਇਆ ਹੈ, ਸਭ ਦੇ ਰੂਬਰੂ ਕਰਵਾਇਆ ਹੈ। ਮੈਂ ਪ੍ਰਭੂ ਦਾ ਬਹੁਤ ਬਹੁਤ ਧੰਨਵਾਦੀ ਹਾਂ। ਸੋ ਪਾਸਟਰ ਸਾਹਿਬ ਜੀ, ਜਦੋਂ ਤੁਸੀਂ ਮਸੀਹ ਸ਼ਾਇਰੀ ਨੂੰ ਕਰਨਾ ਸ਼ੁਰੂ ਕੀਤਾ ਤਾਂ ਕੋਈ ਐਸਾ ਭਜਨ ਜਿਹੜਾ ਤੁਸੀਂ ਮਸੀਹ ਲੋਕਾਂ ਦੀ ਝੋਲੀ ਦੇ ਵਿੱਚ ਸਭ ਤੋਂ ਪਹਿਲਾਂ ਪਾਇਆ, ਅਸੀਂ ਕਹਿ ਸਕਦੇ ਹਾਂ ਕਿ ਤੁਹਾਡਾ ਪਹਿਲਾ ਗੀਤ ਕਿਹੜਾ ਸੀ? ਜੀ ਮੇਰਾ ਪਹਿਲਾ ਗੀਤ ਜਿਹੜਾ ਬਹੁਤ ਫੇਮਸ ਹੋਇਆ ਉਹ ਸੀਗਾ ਸਾਰਾ ਜੱਗ ਭਾਵੇਂ ਮੈਨੂੰ ਛੱਡ ਜਾਵੇ, ਮੈਂ ਪੱਲਾ ਤੇਰਾ ਨਹੀਂ ਛੱਡਣਾ। ਕੀ ਬਾਤ ਹੈ। ਸੈਮੀ ਹੰਸ ਹੋਣਾ ਨੇ, ਰਮਨ ਹੰਸ ਮਿਨਿਸਟਰੀ ਵਾਲਿਆਂ ਨੇ ਇਹ ਗੀਤ ਗਾਇਆ। ਤੇ ਪਰ ਇਹ ਗੀਤ ਜਦੋਂ ਡੈਕ ਦੀ ਰਿਕਾਰਡਿੰਗ ਚੱਲਦੀ ਸੀ, ਡੈਕ ਦੀਆਂ ਰੀਲਾਂ ਚੱਲਦੀਆਂ ਸੀ, ਜਦੋਂ ਰੀਲਾਂ ਹੁੰਦੀਆਂ ਸੀ। ਹਾਂਜੀ ਹਾਂਜੀ, ਇਹ ਗੀਤ ਉਸ ਕੈਸਟ ਵਿੱਚ ਆਇਆ ਸੀ। ਉਦੋਂ ਮੈਂ ਕੁਆਰਾ ਹੀ ਸੀ, ਸ਼ਾਦੀ ਨਹੀਂ ਸੀ ਹੋਈ ਮੇਰੀ। ਠੀਕ ਹੈ। ਤੁਹਾਡੀ ਸ਼ਾਦੀ ਕਿਹੜੀ ਸੰਨ ਚ ਹੋਈ? ਮੇਰੀ ਸ਼ਾਦੀ 2007 ਵਿੱਚ ਹੋਈ। ਠੀਕ ਹੈ ਜੀ। ਹਾਂਜੀ ਹਾਂਜੀ। ਔਰ ਪ੍ਰਭੂ ਦਾ ਧੰਨਵਾਦ ਆ ਕਿ ਤੁਸੀਂ ਇੰਨਾ ਪ੍ਰਸਿੱਧ ਗੀਤ ਜਿਹੜਾ ਖੁਦਾ ਨੇ ਤੁਹਾਨੂੰ ਫਜ਼ਲ ਬਖਸ਼ਿਆ ਲਿਖਣ ਦੇ ਲਈ, ਔਰ ਹੋਰ ਵੀ ਬਹੁਤ ਸਾਰੇ ਤੁਹਾਡੇ ਪ੍ਰਸਿੱਧ ਗੀਤ ਨੇ। ਇੱਕ ਤੇ ਮੈਨੂੰ ਵੀ ਦਿਲ ਕਰਦਾ ਮੈਂ ਵੀ ਗਾ ਹੀ ਲਵਾਂ। ਹਾਂਜੀ ਹਾਂਜੀ। ਜਿੰਨਾ ਚਿਰ ਰਿਹਾ ਬੰਦਿਆ ਮੋਬਾਈਲ ਫੋਲਦਾ, ਕੀਤੀ ਹੁੰਦੀ ਜੇ ਦੁਆ ਤੇ ਖੁਦਾ ਬੋਲਦਾ। ਕਿਆ ਬਾਤ। ਪਾਸ਼ੀ ਗਾਉਣਾ ਤਾਂ ਨਹੀਂ ਮੈਨੂੰ ਆਉਂਦਾ ਪਰ ਦਿਲ ਜਿਹਾ ਕਰਦਾ ਤੁਹਾਡੇ ਗੀਤਾਂ ਨੂੰ ਗਾਉਣ ਨੂੰ। ਸੋ ਇਹ ਗੀਤ ਵੀ ਪਾਸਟਰ ਸਾਹਿਬ ਦਾ ਹੀ ਆ। ਔਰ ਹੋਰ ਕਿਹੜਾ ਪ੍ਰਸਿੱਧ ਭਜਨ ਆ ਜਿਹੜਾ ਤੁਸੀਂ ਦੱਸਣਾ ਚਾਹੁੰਦੇ ਹੋ ਜਿਹੜਾ ਸਾਰੀ ਦੁਨੀਆ ਦੇ ਵਿੱਚ ਫੇਮਸ ਆ? ਪੱਲਾ ਤੇਰਾ ਨਹੀਂ ਛੱਡਣਾ ਤੋਂ ਬਾਅਦ ਇੱਕ ਗੀਤ ਆਇਆ, ਉਹ ਸਾਡੇ ਪਾਸਟਰ ਰੋਬਿਨ ਜੀ ਨੇ, ਉਹਨਾਂ ਨੇ ਗਾਇਆ ਜਿਹੜੇ ਹੰਝੂਆਂ ਦੇ ਨਾਲ ਬੀਜਦੇ ਨੇ ਜੈਕਾਰਿਆਂ ਦੇ ਨਾਲ ਵੱਢਣਗੇ। ਕੀ ਬਾਤ। ਉਹ ਗੀਤ ਬਹੁਤ ਫੇਮਸ ਹੋਇਆ ਪ੍ਰਭੂ ਦੀ ਕਿਰਪਾ ਦੇ ਨਾਲ। ਔਰ ਫਿਰ ਇੱਕ ਹੋਰ ਗੀਤ ਸੀ, ਪਾਦਰੀ ਸਾਹਿਬ ਸੀਗੇ ਰਜਿੰਦਰ ਮਸੀਹ ਸਾਲਵੇਸ਼ਨ ਆਰਮੀ ਦੇ, ਉਹਨਾਂ ਨੇ ਕੈਸਟ ਵਿੱਚ ਗੀਤ ਗਾਇਆ, ਜਿਸ ਦਾਣੇ ਤੇ ਮੋਹਰ ਹੈ ਉਸ ਨੂੰ ਖਾਣਾ ਪੈਂਦਾ ਏ, ਜਿੱਥੇ ਰੱਬ ਕਲਾਵੇ ਉੱਥੇ ਜਾਣਾ ਪੈਂਦਾ ਹੈ। ਔਰ ਪਾਸ਼ੀ ਇੱਕ ਭਜਨ ਤੁਹਾਡਾ ਹੋਰ ਬੜਾ ਪ੍ਰਸਿੱਧ ਹੋਇਆ, ਸੇਵਾ ਦੇ ਮੈਦਾਨ। ਜੀ ਜੀ ਜੀ। ਇਹਨੂੰ ਜਰਾ ਪੂਰੇ ਨੂੰ ਪ੍ਰੋਪਰ ਬੋਲ ਕੇ ਦੱਸਿਓ ਜੀ। ਬਸ ਇਹੀ ਗੀਤ ਹੈ ਜਿਹਨੇ ਮੈਨੂੰ ਇੱਥੇ ਮੇਰੀ ਤੀਸਰੀ ਇੰਟਰਵਿਊ ਆ ਜੀ, ਤੇ ਇਹੀ ਗੀਤ ਹੈ ਜਿਹਨੇ ਮੈਨੂੰ ਅਮਾਨਤ ਗਿੱਲ ਨੂੰ ਲੋਕਾਂ ਦੇ ਵਿੱਚ ਬਾਹਰ ਕੱਢਿਆ। ਪਰ ਇਹਨੂੰ ਜਰਾ ਗੁਣਗੁਣਾ ਕੇ ਦੱਸ ਦਿਓ। ਹਾਂਜੀ ਹਾਂਜੀ, ਜ਼ਰੂਰ ਜ਼ਰੂਰ। ਸੇਵਾ ਦੇ ਮੈਦਾਨ ਵਿੱਚੋਂ ਜੇ ਕਿਸੇ ਦਿਨ ਮੈਂ ਵਾਪਸ ਨਾ ਆਇਆ, ਜੰਗ ਜਾਰੀ ਰੱਖਿਓ, ਜਿਹੜਾ ਕੁਝ ਰਹਿ ਗਿਆ ਏ ਜ਼ਿੰਦਗੀ ਦਾ, ਮੈਂ ਸਫ਼ਰ ਮੁਕਾਇਆ, ਜੰਗ ਜਾਰੀ ਰੱਖਿਓ। ਸੋ ਬਹੁਤ ਧੰਨਵਾਦ ਕਰਦਾ ਮੈਂ ਉਸ ਖੁਦਾ ਦਾ ਜਿਸ ਖੁਦਾ ਨੇ ਆਪਣੇ ਬੰਦੇ ਨੂੰ ਇਹ ਫਿਤਰਤ ਦਿੱਤੀ ਔਰ ਇਹ ਯੋਗਤਾ ਦਿੱਤੀ ਕਿ ਪ੍ਰਭੂ ਦੇ ਕੰਮ ਨੂੰ ਬਰਕਰਾਰ ਰੱਖਣ ਦੇ ਲਈ ਮਸੀਹ ਲੋਕਾਂ ਨੂੰ ਪ੍ਰੇਰਣਾ ਦਿੱਤੀ ਜਾਵੇ। ਕਿਉਂਕਿ ਪਾਸਟਰ ਸਾਹਿਬ ਜੀ, ਮਸੀਹ ਸੇਵਕਾਈ ਦੇ ਵਿੱਚ ਬਹੁਤ ਸਾਰੇ ਐਸੇ ਪੜਾਅ ਜਾਂਦੇ ਨੇ ਜਦੋਂ ਤਕਰੀਬਨ ਜੇ ਮੈਂ ਆਪਣੀ ਗੱਲ ਕਰਾਂ ਤੇ ਮੈਂ ਲਗਭਗ 3 ਵਾਰ ਆਪਣਾ ਬਾਈਬਲ ਵਾਲਾ ਬੈਗ ਸਾਈਡ ਤੇ ਰੱਖਣ ਦੀ ਕੋਸ਼ਿਸ਼ ਕੀਤੀ। 3 ਵਾਰ ਮੈਂ ਮਸੀਹ ਬਾਣੀ ਦਾ ਪ੍ਰਚਾਰ ਕਰਨ ਤੋਂ ਆਪਣੇ ਆਪ ਨੂੰ ਰੋਕਿਆ। ਮੈਂ ਸੇਵਕਾਈ ਨੂੰ ਛੱਡਣਾ ਚਾਹਿਆ। ਕਦੇ ਕੋਈ ਤੁਹਾਡੀ ਜ਼ਿੰਦਗੀ ਦੇ ਵਿੱਚ ਐਸਾ ਸਮਾਂ ਆਇਆ ਹੋਵੇ ਤੁਸੀਂ ਜਾਹਿਰ ਕਰ ਸਕਦੇ? ਜੀ ਬਿਲਕੁਲ ਬਿਲਕੁਲ। ਸੇਵਕਾਈ ਦੇ ਵਿੱਚ ਜਦੋਂ ਦੁੱਖ ਪਰੇਸ਼ਾਨੀਆਂ ਆਉਂਦੀਆਂ ਤੇ ਕਈ ਵਾਰ ਬੰਦੇ ਨੂੰ ਆਪਣੀ ਬੁਲਾਹਟ ਤੇ ਸ਼ੱਕ ਹੋਣ ਲੱਗ ਪੈਂਦਾ ਜੀ, ਕਿਉਂਕਿ ਬੰਦਾ ਜਿਸ ਹਿਸਾਬ ਨਾਲ ਚੱਲਦਾ ਉਹ ਸਫਲ ਹੋਣਾ ਚਾਹੁੰਦਾ, ਛੇਤੀ ਕੁਝ ਕਰਨਾ ਚਾਹੁੰਦਾ ਤੇ ਬੁਲੰਦੀਆਂ ਤੇ ਪਹੁੰਚਣਾ ਚਾਹੁੰਦਾ, ਦੂਸਰੇ ਸੇਵਕਾਂ ਵਾਂਗ ਵੱਡੀ ਸੇਵਕਾਈ ਚਾਹੁੰਦਾ। ਲੇਕਿਨ ਪ੍ਰਭੂ ਉਸ ਨੂੰ ਤਰਾਸ਼ ਰਿਹਾ ਹੁੰਦਾ, ਉਸ ਨੂੰ ਤਿਆਰ ਕਰ ਰਿਹਾ ਹੁੰਦਾ ਸੇਵਕਾਈ ਦੇ ਲਈ। ਤਾਂ ਕਦੇ ਕਦੇ ਜ਼ਿੰਦਗੀ ਦੇ ਵਿੱਚ ਮੌਕੇ ਐਸੇ ਆਉਂਦੇ ਆ
ਕਿ ਬੈਗ ਵਾਕਿਆ ਆਪਣਾ ਰੱਖਣਾ ਪੈਂਦਾ, ਬੰਦਾ ਥੱਕ ਜਾਂਦਾ, ਟੁੱਟ ਜਾਂਦਾ। ਲੇਕਿਨ ਬਾਈਬਲ 'ਚ ਲਿਖਿਆ ਜੇ ਕੋਈ ਧਰਮੀ ਆ ਤੇ ਉਹ 7 ਵਾਰੀ ਵੀ ਡਿੱਗ ਕੇ ਉੱਠ ਖੜਾ ਹੋਏਗਾ। ਆਮੀਨ। ਜੇ ਕੋਈ ਚੁਣਿਆ ਹੋਇਆ ਉਹ ਭੱਜ ਕਿਤੇ ਨਹੀਂ ਸਕਦਾ, ਪ੍ਰਭੂ ਨੇ ਉਹਦੇ ਕੋਲ ਸੇਵਾ ਲੈਣੀ ਮੂਸਾ ਵਾਂਗ। ਹਾਂਜੀ। ਔਰ ਹਰ ਉਹ ਬੰਦਾ ਜਿਹੜਾ ਪ੍ਰਭੂ ਵੱਲੋਂ ਬੁਲਾਇਆ ਹੋਇਆ ਉਹ ਸੇਵਕਾਈ ਕਰਨੀ ਨਹੀਂ ਚਾਹੁੰਦਾ, ਪ੍ਰਭੂ ਉਹਦੇ ਕੋਲ ਕਰਵਾਉਂਦਾ ਆ। ਤਾਂ ਮੈਂ ਵੀ ਕਈ ਵਾਰੀ ਛੱਡਣਾ ਚਾਹਿਆ, ਕਈ ਵਾਰੀ ਨੱਸਣਾ ਚਾਹਿਆ, ਪ੍ਰਭੂ ਨੇ ਮੈਨੂੰ ਵੀ ਆਪਣੇ ਕੰਮ ਦੇ ਲਈ ਇਸਤੇਮਾਲ ਕੀਤਾ। ਧੰਨਵਾਦ ਹੋਵੇ ਪ੍ਰਭੂ ਦਾ। ਉਹੀ ਹੈ ਜੋ ਮਨੁੱਖਾਂ ਕੋਲੋਂ ਅਨੰਤਤਾ ਦਾ ਪ੍ਰਚਾਰ ਕਰਾਉਂਦਾ ਹੈ ਜੀ। ਸੋ ਇੱਕ ਸ਼ੇਰ ਪਾਸਟਰ ਸਾਹਿਬ ਜੀ ਮੈਂ ਤੁਹਾਡੀ ਡਾਇਰੀ ਤੋਂ ਪੜ੍ਹ ਰਿਹਾ ਸੀ, ਮਾਫ ਕਰਨਾ ਮੈਂ ਉਸ ਨੂੰ ਬੋਲਣਾ ਚਾਹੁੰਦਾ ਹਾਂ ਜੀ। ਯਿਸੂ ਲਈ ਲੋਕਾਂ ਨੂੰ ਤਿਆਰ ਰਹੇ ਕਰਦੇ, ਯਿਸੂ ਲਈ ਲੋਕਾਂ ਨੂੰ ਤਿਆਰ ਰਹੇ ਕਰਦੇ, ਵਗਦੇ ਜ਼ਖਮਾਂ ਨਾਲ ਅਸੀਂ ਪ੍ਰਚਾਰ ਰਹੇ ਕਰਦੇ। ਜੀ ਜੀ। ਯਿਸੂ ਦੀ ਆਵਾਜ਼ ਦਿਲ ਨਾਲ ਰਹੇ ਸੁਣਦੇ, ਆਪਣੇ ਗੁਜ਼ਾਰਿਆਂ ਲਈ ਜਾਲ ਰਹੇ ਬੁਣਦੇ। ਯਿਸੂ ਦੀ ਆਵਾਜ਼ ਦਿਲ ਨਾਲ ਰਹੇ ਸੁਣਦੇ, ਆਪਣੇ ਗੁਜ਼ਾਰਿਆਂ ਲਈ ਜਾਲ ਰਹੇ ਬੁਣਦੇ, ਹੱਥਾਂ ਨਾਲ ਸਾਰੇ ਕੰਮਕਾਰ ਰਹੇ ਕਰਦੇ, ਵਗਦੇ ਜ਼ਖਮਾਂ ਨਾਲ ਅਸੀਂ ਪ੍ਰਚਾਰ ਰਹੇ ਕਰਦੇ। ਸੋ ਇਸ ਲਿਖਤ ਦਾ, ਇਹਨਾਂ ਸ਼ਬਦਾਂ ਦਾ ਕੀ ਅਰਥ ਆ? ਜੀ ਜਿਸ ਤਰ੍ਹਾਂ ਬਾਈਬਲ ਦੇ ਅੰਦਰ ਆ ਕਿ ਜਿਹੜੀ ਸੇਵਕਾਈ ਆ ਜੀ, ਉਹ ਕੋਈ ਮਜ਼ਾਕ ਨਹੀਂ ਹੈ। ਜਿਵੇਂ ਮੇਰਾ ਇੱਕ ਗੀਤ ਆ ਰਿਹਾ ਹੈ, ਉਹ ਬ੍ਰਦਰ ਸੈਮੀ ਹੰਸੂਨੀ ਗਾ ਰਹੇ ਆ, ਲਗਭਗ 1 ਮਹੀਨੇ ਤੱਕ ਉਹ ਗੀਤ ਆ ਜਾਣਾ। ਤੇ ਉਹ ਗੀਤ ਹੈ ਕਿ ਹੋਣਾ ਪੈਂਦਾ ਪੂਰੀ ਤਰ੍ਹਾਂ ਖਾਕ ਸੇਵਕੋ, ਹੋਣਾ ਪੈਂਦਾ ਪੂਰੀ ਤਰ੍ਹਾਂ ਖਾਕ ਸੇਵਕੋ, ਸੇਵਕਾਈ ਹੁੰਦੀ ਨਹੀਂ ਮਜ਼ਾਕ ਸੇਵਕੋ। ਕੀ ਬਾਤ। ਤੋ ਇਹ ਜਿਹੜੀ ਸੇਵਕਾਈ ਹੈ ਜੋ ਮੈਂ ਹੰਢਾ ਰਿਹਾ ਹਾਂ ਉਹੀ ਮੈਂ ਲਿਖ ਰਿਹਾ ਹਾਂ। ਤੇ ਜਿਹੜਾ ਤੁਸੀਂ ਇਹ ਗੀਤ ਦੇ ਬਾਰੇ ਪੁੱਛਦੇ ਹੋ ਕਿ ਵਗਦੇ ਜ਼ਖਮਾਂ ਨਾਲ, ਵਗਦੇ ਜ਼ਖਮਾਂ ਦਾ ਮਤਲਬ ਇਹ ਨਹੀਂਗਾ ਕਿ ਬੰਦਾ ਲਹੂ ਲੁਹਾਨ ਆ ਤੇ ਤਾਂ ਹੀ ਉਹਦੇ ਜ਼ਖਮ ਆ। ਕੁਝ ਜ਼ਖਮ ਅੰਦਰ ਵੀ ਹੁੰਦੇ ਆ ਜੀ, ਜੋ ਦਿਸਦੇ ਨਹੀਂ ਆ। ਗਰੀਬੀ ਦਾ ਜ਼ਖਮ ਆ, ਪਰੇਸ਼ਾਨੀਆਂ ਦਾ ਜ਼ਖਮ ਆ, ਆਪਣਿਆਂ ਵੱਲੋਂ ਧੋਖਿਆਂ ਦਾ ਜ਼ਖਮ ਆ, ਔਰ ਗੈਰਾਂ ਵੱਲੋਂ ਧੋਖਿਆਂ ਦਾ ਜ਼ਖਮ ਆ। ਔਰ ਬਾਈਬਲ 'ਚ ਜਿੱਦਾਂ ਪੌਲੂਸ ਕਹਿੰਦਾ ਕਿ ਮੈਂ ਆਪਣਿਆਂ ਵੱਲੋਂ, ਬਾਹਰਲਿਆਂ ਵੱਲੋਂ ਸਤਾਇਆ ਗਿਆ, ਤੇ ਕੋਰੜੇ ਕਹਿੰਦਾ ਮੈਨੂੰ ਵੱਜੇ, ਛਾਂਟਿਆਂ ਦੀ ਮਾਰ ਪਈ, ਸਮੁੰਦਰ ਵਿੱਚ ਰਾਤਾਂ ਕੱਟੀਆਂ। ਇਹ ਸਾਰੇ ਜ਼ਖਮ ਹੀ ਹੁੰਦੇ ਆ। ਜ਼ਰੂਰੀ ਨਹੀਂ ਕਿ ਜ਼ਖਮ ਵਗਦੇ ਹੋਣ, ਲਹੂ ਵਗਦਾ ਹੋਏ ਤੇ ਉਹ ਜ਼ਖਮ ਹੁੰਦੇ। ਕੁਝ ਜ਼ਖਮ ਅੰਦਰ ਹੁੰਦੇ ਆ ਜਿਨ੍ਹਾਂ ਜ਼ਖਮਾਂ ਨੂੰ ਲੈ ਕੇ, ਪਰੇਸ਼ਾਨੀਆਂ ਨੂੰ ਲੈ ਕੇ, ਤਕਲੀਫਾਂ ਨੂੰ ਲੈ ਕੇ, ਗਰੀਬੀ ਨੂੰ ਲੈ ਕੇ, ਤੰਗੀਆਂ ਨੂੰ ਲੈ ਕੇ, ਘਰਾਂ ਦੇ ਮਸਲਿਆਂ ਨੂੰ ਲੈ ਕੇ ਅਸੀਂ ਸੇਵਕਾਈ 'ਚ ਤੁਰੇ ਰਹਿੰਦੇ ਆ। ਹਾਂਜੀ। ਸੋ ਪਾਸਟਰ ਸਾਹਿਬ ਜੀ, ਮੈਨੂੰ ਤੁਹਾਡੀ ਕਲਮ ਤੋਂ ਇਦਾਂ ਲੱਗਦਾ, ਮੈਂ ਇਦਾਂ ਮਹਿਸੂਸ ਕਰਦਾ ਕਿ ਜਿੱਦਾਂ ਇਹ ਸਾਰੀਆਂ ਗੰਭੀਰਤਾਈਆਂ, ਇਹ ਸਾਰੀਆਂ ਮੁਸ਼ਕਲਾਂ ਤੁਹਾਡੇ ਤੇ ਹੀ ਆਈਆਂ ਹੋਣ। ਜੀ ਬਿਲਕੁਲ। ਜੇ ਮੈਂ ਗੱਲ ਕਰਾਂ ਕਿ ਮੈਂ ਮਸੀਹ ਨੂੰ ਲਿਖਿਆ, ਮੈਨੂੰ ਲੱਗਦਾ ਕਿ ਉਹ ਗੀਤ ਮੈਂ ਮਸੀਹ ਲਈ ਅਜੇ ਲਿਖਿਆ ਨਹੀਂ ਜੋ ਮਸੀਹ ਗੀਤ ਹੋਵੇ, ਜੋ ਉਹਦੇ ਲਈ ਮੈਂ ਲਿਖ ਸਕਾਂ। ਕਿਉਂਕਿ ਪ੍ਰਭੂ ਯਿਸੂ ਮਸੀਹ ਦਾ ਪਿਆਰ ਇੰਨਾ ਮਹਾਨ ਆ ਕਿ ਸਾਰੇ ਸਮੁੰਦਰ ਸਿਆਹੀ ਬਣ ਜਾਣ, ਜੰਗਲਾਂ ਨੂੰ ਚੀਰ ਕੇ ਉਹਨਾਂ ਦੀਆਂ ਕਲਮਾਂ ਬਣਾ ਲਈਆਂ ਜਾਣ, ਆਕਾਸ਼ ਤੇ ਧਰਤੀ ਕਾਗਜ਼ ਬਣ ਜਾਏ, ਸਾਰੀ ਦੁਨੀਆ ਦੇ ਬੰਦੇ ਇਕੱਠੇ ਹੋ ਕੇ ਲੇਖਕ ਬਣ ਜਾਣ, ਤਾਂ ਵੀ ਪ੍ਰਭੂ ਯਿਸੂ ਮਸੀਹ ਨੂੰ ਕੋਈ ਬਿਆਨ ਨਹੀਂ ਕਰ ਸਕਦਾ, ਉਹਦੀ ਮੁਹੱਬਤ ਨੂੰ ਕੋਈ ਬਿਆਨ ਨਹੀਂ ਕਰ ਸਕਦਾ। ਤੋ ਪ੍ਰਭੂ ਦੇ ਕਲਾਮ 'ਚ ਲਿਖਿਆ, ਜਿੱਦਾਂ ਪੌਲਸ ਕਹਿੰਦਾ ਕਿ ਮੈਂ ਨਹੀਂ, ਮਸੀਹ ਮੇਰੇ 'ਚ ਜਿਉਂਦਾ ਆ। ਮਸੀਹ ਆ ਜਿਹੜਾ ਸਾਡੇ ਰਾਹੀਂ ਤਜਰਬਿਆਂ ਵਿੱਚੋਂ ਲੰਘਾ ਰਿਹਾ ਸਾਨੂੰ, ਮਸੀਹ ਆ ਜੋ ਦੁੱਖਾਂ ਪਰੇਸ਼ਾਨੀਆਂ 'ਚੋਂ ਲੰਘਾ ਰਿਹਾ, ਆਪਣੀ ਦੁਲਹਨ ਨੂੰ ਤਿਆਰ ਕਰ ਰਿਹਾ। ਤੋ ਮੈਨੂੰ ਲੱਗਦਾ ਕਿ ਮੈਂ ਜਿੰਨੀ ਹੁਣ ਤੱਕ ਸ਼ਾਇਰੀ ਕੀਤੀ ਆ, ਮੈਂ ਮਸੀਹ ਦੇ ਲਈ, ਮਸੀਹ ਨੂੰ ਸਮਰਪਿਤ ਅਜੇ ਕੁਛ ਹੋਰ ਨਹੀਂ ਲਿਖਿਆ ਜੋ ਲਿਖਣਾ ਚਾਹੀਦਾ ਸੀ। ਮੈਂ ਪਰੇਸ਼ਾਨੀਆਂ 'ਚੋਂ ਲੰਘਿਆ, ਜੋ ਮੈਨੂੰ ਤਜਰਬੇ ਹੋਏ ਮੈਂ ਲਿਖ ਦਿੱਤੇ ਬਸ। ਹਾਂਜੀ, ਇਹੀ ਆ। ਤੇ ਮੈਂ ਕਦੇ ਵੀ ਸ਼ਾਮੇ ਬਹਿ ਕੇ ਨਹੀਂ ਵੀ ਚਲੋ ਅੱਜ ਵਿਹਲੇ ਆ, ਅੱਜ ਗੀਤ ਲਿਖਦੇ ਆ ਨਾ। ਜਦੋਂ ਮੈਨੂੰ ਪ੍ਰੇਰਨਾ ਹੁੰਦੀ ਆ, ਮੈਂ ਗਲੀਆਂ ਬਾਜ਼ਾਰਾਂ 'ਚ ਪ੍ਰਚਾਰ ਕਰਦਾ। ਜਦੋਂ ਮੈਨੂੰ ਪਰੇਸ਼ਾਨੀਆਂ 'ਚੋਂ ਲੰਘਣਾ ਪੈਂਦਾ, ਧੁੱਪ 'ਚੋਂ ਲੰਘਣਾ ਪੈਂਦਾ, ਮੈਨੂੰ ਗੀਤ ਮਿਲਦੇ ਆ। ਇਹ ਗੀਤ ਇਸੇ ਕਰਕੇ ਸੁਣਨ ਵਾਲੇ ਨੂੰ ਪ੍ਰੇਰਨਾ 'ਚ ਲੈ ਆਉਂਦੇ, ਲੋਕਾਂ ਦੇ ਅਥਰੂ ਡਿੱਗ ਪੈਂਦੇ, ਘੁਟਨਿਆਂ ਤੇ ਆ ਜਾਂਦੇ, ਇਸੇ ਕਰਕੇ ਕਿ ਤਜਰਬੇ ਦੇ ਵਿੱਚੋਂ ਦੀ ਆ, ਤਜਰਬੇ ਦੇ, ਪਰੇਸ਼ਾਨੀਆਂ ਦੇ ਵਿੱਚੋਂ ਦੀ, ਪਸੀਨੇ ਦੇ ਵਿੱਚੋਂ ਦੀ ਆਏਗੀ।
ਪਾਸਟਰ ਸਾਹਿਬ ਜੀ, ਇੱਕ ਤੁਸੀਂ ਭਜਨ ਹੋਰ ਲਿਖਿਆ, ਮੈਂ ਤੁਹਾਡੀ ਡਾਇਰੀ ਇਸੇ ਲਈ ਪਹਿਲਾਂ ਚੈੱਕ ਕਰ ਲਈ ਕਿਉਂਕਿ ਮੈਂ ਤੁਹਾਡੇ ਕੋਲੋਂ ਪੁੱਛ ਸਕਾਂ। ਤੁਸੀਂ ਇੱਕ ਭਜਨ ਲਿਖਿਆ, ਗਲੀਆਂ ਬਾਜ਼ਾਰਾਂ ਵਿੱਚ ਘੁੰਮ ਕੇ ਬਾਣੀ ਰੱਬ ਦੀ ਸੁਣਾਉਣ ਦਾ ਨਜ਼ਾਰਾ ਵੱਖਰਾ। ਇਹਦਾ ਕੋਈ ਅੰਤਰਾ ਵੀ ਸਰੋਤਿਆਂ ਦੇ ਨਾਲ ਸਾਂਝਾ ਹਾਂਜੀ ਕਰੋ। ਹਾਂਜੀ ਹਾਂਜੀ, ਇਹ ਅਸੀਂ ਗਲੀਆਂ ਬਾਜ਼ਾਰਾਂ ਦੇ ਵਿੱਚ, ਮੇਰੀ ਸੇਵਕਾ ਇਹੀ ਹੈ ਕਿ ਇਵੈਂਜਲਿਸਟ ਵੀ ਇੱਕ ਇਵੈਂਜਲਿਜ਼ਮ ਕੰਮ ਕਰਦੇ, ਅਸੀਂ ਪਾਸਟਰ ਵੀ ਆ ਤੇ ਗਲੀਆਂ 'ਚ ਜਾਂਦੇ ਆ, ਬਾਜ਼ਾਰਾਂ 'ਚ ਜਾਂਦੇ ਆ, ਪ੍ਰਭੂ ਯਿਸੂ ਮਸੀਹ ਦਾ ਪ੍ਰਚਾਰ ਕਰਦੇ ਆ। ਕਦੀ ਅਸੀਂ ਕਿਸੇ ਨੂੰ ਨਹੀਂ ਕਿਹਾ ਕਿ ਅਸੀਂ ਤੁਹਾਡੇ ਘਰ ਆਉਣਾ। ਜੇ ਕੋਈ ਕਿਸੇ ਨੂੰ ਪ੍ਰੇਰਨਾ ਹੁੰਦੀ ਕਿ ਸਾਡੇ ਘਰ ਆਓ, ਉੱਥੇ ਬਹਿ ਕੇ ਚਾਹ ਪੀ ਲਈਦੀ, ਬਾਈਬਲ ਦੀ ਗੱਲ ਕਰੀਦੀ ਹੈ। ਤੇ ਧੰਨਵਾਦ, ਜਿੱਦਾਂ ਪ੍ਰਭੂ ਯਿਸੂ ਮਸੀਹ ਨੇ ਕਿਹਾ ਘਰ ਘਰ ਨਾ ਫਿਰੋ, ਕਿਉਂਕਿ ਜਦੋਂ ਕੋਈ ਸਾਨੂੰ ਘਰ ਬੁਲਾਉਂਦਾ ਆ ਫਿਰ ਸਾਨੂੰ ਜਾਣਾ ਚਾਹੀਦਾ। ਪ੍ਰਭੂ ਨੇ ਕਿਹਾ ਘਰ ਘਰ ਨਹੀਂ ਫਿਰਨਾ। ਜੇ ਤੁਸੀਂ ਗਲੀਆਂ ਚੌਂਕਾਂ 'ਚ ਜਾਂਦੇ ਜਾਂਦੇ, ਉਹਨੇ ਕਿਹਾ ਤੁਰਦੇ ਤੁਰਦੇ ਪ੍ਰਚਾਰ ਕਰੋ, ਇਦਾਂ ਲਿਖਿਆ ਬਾਈਬਲ 'ਚ। ਤੇ ਜੇ ਕੋਈ ਤੁਹਾਨੂੰ ਘਰ ਕਬੂਲ ਕਰੇ, ਨਗਰ ਕਬੂਲ ਕਰੇ, ਠੀਕ ਆ, ਨਹੀਂ ਤੇ ਅਗਲੇ ਨਗਰ ਨਿਕਲ ਜਾਓ, ਇਦਾਂ ਯਿਸੂ ਨੇ ਕਿਹਾ। ਤੋ ਇਹ ਗਲੀਆਂ ਬਾਜ਼ਾਰਾਂ 'ਚ ਘੁੰਮ ਕੇ ਵਚਨ ਸੁਣਾਉਣ ਦਾ ਨਜ਼ਾਰਾ ਵੱਖਰਾ। ਫੁੱਲਾਂ ਤੇ ਤਾਂ ਸਾਰੇ ਸੌਂ ਜਾਂਦੇ ਨੇ, ਕੰਡਿਆਂ ਤੇ ਸੌਣ ਦਾ ਨਜ਼ਾਰਾ ਵੱਖਰਾ। ਹਾੜ ਦੀਆਂ ਧੁੱਪਾਂ ਵਿੱਚ ਆਪਣੇ ਪਸੀਨੇ 'ਚ ਨਹਾਉਣ ਦਾ ਨਜ਼ਾਰਾ ਹੀ ਵੱਖਰਾ। ਤੋ ਇਹ ਸੇਵਕਾਈ ਦਾ ਮਜ਼ਾ ਕੁਝ ਹੋਰ ਹੈ, ਉਹੀ ਦੱਸ ਸਕਦਾ ਜੋ ਕਰ ਰਿਹਾ ਹੈ ਜੀ। ਪ੍ਰਭੂ ਤੁਹਾਨੂੰ ਬਰਕਤ ਦੇ। ਇਸ ਸਵਾਲ ਦੇ ਪੁੱਛਣ ਲਈ ਬੜਾ ਸੋਹਣਾ ਸਵਾਲ ਸੀਗਾ, ਚਲੋ ਦੱਸ ਸਕੇ ਆਪਾਂ। ਧੰਨਵਾਦ ਜੀ। ਸੋ ਪਾਸਟਰ ਸਾਹਿਬ ਜੀ, ਤੁਹਾਡੀ ਸੇਵਕਾਈ ਦੇ ਵਿੱਚ ਕੋਈ ਐਸੀ ਘਟਨਾ ਜੋ ਤੁਸੀਂ ਮਸੀਹ ਸ਼ਾਇਰੀ ਕਰਦੇ ਸਮੇਂ, ਕੋਈ ਐਸੀ ਘਟਨਾ ਜਿਹੜੀ ਤੁਹਾਡੇ ਦਿਲ ਨੂੰ ਅਜੇ ਵੀ ਟੁੰਬਦੀ ਆ, ਜਿਹੜੀ ਤੁਹਾਨੂੰ ਅਜੇ ਵੀ ਤਰਾਸ ਤੁਹਾਡਾ ਹਿਰਦਾ ਕਰਨਾ ਸ਼ੁਰੂ ਕਰ ਦਿੰਦਾ, ਕੋਈ ਐਸੀ ਘਟਨਾ ਜਿਹੜੀ ਤੁਹਾਨੂੰ ਨਾ ਭੁੱਲਣ ਵਾਲੀ ਹੋਵੇ, ਤੁਸੀਂ ਸਰੋਤਿਆਂ ਨਾਲ ਸਾਂਝੀ ਕਰ ਸਕਦੇ ਹੋ? ਜੀ ਬਿਲਕੁਲ। ਇੱਕ ਵਾਰ ਮੈਂ ਮਸੀਹ ਗੀਤ ਲਿਖਿਆ ਸੀ ਤੇ ਮੈਂ ਕਿਤੇ ਦੁਕਾਨ ਤੇ ਗਿਆ ਤੇ ਉੱਥੇ ਮੇਰੇ ਦੋਸਤ ਬੈਠੇ ਸੀ, ਉਹਨਾਂ ਨੂੰ ਦਿਖਾਇਆ ਮੈਂ ਕਿ ਇਹ ਮੈਂ ਗੀਤ ਲਿਖਿਆ। ਤੇ ਇਦਾਂ ਸੀਗਾ ਕਿ ਦੁਕਾਨਦਾਰ ਨੂੰ ਗੁੱਸਾ ਚੜ ਗਿਆ ਤੇ ਉਹਨੇ ਮੇਰਾ ਕਾਗਜ਼ ਤੇ ਕਲਮ ਫੜ ਕੇ ਤੇ ਸਾਹਮਣੇ, ਪਹਿਲਾਂ ਰੂੜੀਆਂ ਲੱਗੀਆਂ ਹੁੰਦੀਆਂ ਸੀ, ਹੁਣ ਤੇ ਚਲੋ ਸਫਾਈਆਂ ਹੋ ਗਈਆਂ, ਉਹਨੇ ਰੂੜੀ ਤੇ ਸੁੱਟ ਦਿੱਤਾ। ਤੇ ਇਹ ਗੱਲ ਮੈਂ ਕਦੀ ਨਹੀਂ ਭੁੱਲਦਾ। ਉਹ ਕਾਗਜ਼ ਮੈਂ ਛੱਡਿਆ ਨਹੀਂ। ਫਿਰ ਮੈਂ ਉਸ ਕਾਗਜ਼ ਨੂੰ ਚੁੱਕਿਆ, ਕਲਮ ਨੂੰ ਚੁੱਕਿਆ, ਮੈਂ ਆਪਣੇ ਸੀਨੇ ਦੇ ਨਾਲ ਲਾਇਆ। ਔਰ ਜੇ ਮੈਂ ਉਸ ਕਾਗਜ਼ ਨੂੰ, ਉਸ ਮਸੀਹ ਗੀਤ ਨੂੰ, ਉਸ ਡਿੱਗੇ ਹੋਏ ਗੀਤ ਨੂੰ ਨਾ ਚੁੱਕਦਾ ਤੇ ਅੱਜ ਪ੍ਰਭੂ ਮੈਨੂੰ ਐਡਾ ਵੱਡਾ ਖਜ਼ਾਨਾ ਨਾ ਦਿੰਦਾ। ਇਹ ਮੈਂ ਕਦੀ ਨਹੀਂ ਭੁੱਲ ਸਕਦਾ। ਉਸ ਦਾ ਕੋਈ ਐਸਾ ਸ਼ਬਦ ਜਿਹੜਾ ਉਸ ਕਾਗਜ਼ ਤੇ ਤੁਸੀਂ ਲਿਖਿਆ ਸੀ? ਮੈਨੂੰ ਯਾਦ ਨਹੀਂ, ਕਿਉਂਕਿ ਮੈਂ ਕਾਫੀ ਚਿਰ, ਇਹ ਪੁਰਾਣੀ ਗੱਲ ਆ। ਹਾਂਜੀ। ਔਰ ਉਹ ਸੀਗਾ ਮਸੀਹੀ ਗੀਤ। ਜਾਂ ਫਿਰ ਕੋਈ ਐਸੀ ਘਟਨਾ ਇੱਕ ਹੋਰ ਹੈ ਜਿਹਨੂੰ ਮੈਂ ਕਦੀ ਭੁੱਲ ਨਹੀਂ ਸਕਦਾ ਜੀ। ਯੂਪੀ ਦੇ ਵਿੱਚ ਅਸੀਂ 2 ਭਾਈ ਪ੍ਰਚਾਰ ਕਰਨ ਦੇ ਲਈ ਗਏ ਸੀ ਤੇ ਇਹੀ ਅਗਸਤ ਦਾ ਪਿਛਲਾ ਮਹੀਨਾ ਜਿਹੜਾ ਲੰਘਿਆ, 27 ਤਰੀਕ ਨੂੰ ਸਾਡੀ ਜ਼ਮਾਨਤ ਸੀ, ਅਸੀਂ ਘਰ ਆ ਗਏ। 1 ਸਾਲ ਪੂਰਾ ਹੋ ਗਿਆ 27 ਤਰੀਕ ਨੂੰ। ਅਸੀਂ ਪ੍ਰਚਾਰ ਕਰ ਰਹੇ ਸੀ ਔਰ 3 ਦਿਨ ਪ੍ਰਚਾਰ ਕੀਤਾ। ਜਦੋਂ ਵਾਪਸ ਆਉਣ ਲੱਗੇ ਤੇ ਯੂਪੀ ਦੇ ਵਿੱਚ 4-5 ਪਿੰਡਾਂ ਦੇ ਜਿਹੜੇ ਲੋਕ ਸੀਗੇ ਉਹ ਇਕੱਠੇ ਹੋ ਕੇ ਆ ਗਏ ਕਿ ਇਹ ਜਿਹੜੇ ਬੰਦੇ ਪੰਜਾਬ ਤੋਂ ਆਏ ਆ, ਇਹਨਾਂ ਨੂੰ ਜਾਣ ਨਹੀਂ ਦੇਣਾ। ਕੋਈ ਕੁਛ ਕਹਿ ਰਿਹਾ ਸੀਗਾ, ਕਿਸੇ ਨੇ ਕਿਹਾ ਨਾ ਸਾਡੇ ਮੰਦਿਰ ਦੇ ਵਿਰੁੱਧ ਬੋਲਿਆ, ਕੋਈ ਕੁਛ ਕਹਿ ਰਿਹਾ ਸੀਗਾ। ਔਰ ਸਾਰੇ ਯਾਨੀ ਕਿ ਕੁਝ ਪੰਡਿਤ ਲੋਕ ਵੀ ਉੱਥੇ ਇਕੱਠੇ ਹੋ ਕੇ ਆਏ ਸੀਗੇ ਤੇ ਉੱਥੇ ਲੋਕਾਂ ਨੇ ਇਲਜ਼ਾਮ ਸਾਡੇ ਤੇ ਇਹ ਸੀਗਾ ਕਿ ਇਹ ਸਾਡਾ ਧਰਮ ਬਦਲਦੇ ਆ। ਪਰ ਐਸਾ ਕੋਈ ਗੱਲ ਨਹੀਂ। ਪ੍ਰਭੂ ਯਿਸੂ ਮਸੀਹ ਧਰਮ ਨਹੀਂ ਬਦਲਦਾ, ਉਹ ਜ਼ਿੰਦਗੀ ਬਦਲਦਾ ਹੈ। ਹਾਲੇਲੂਇਆ। ਧੰਨਵਾਦ ਪ੍ਰਭੂ ਦਾ ਕਿ ਅਸੀਂ ਉੱਥੋਂ ਸਹੀ ਸਲਾਮਤ ਆਪਣੇ ਘਰ ਵਾਪਸ ਆਏ। ਇਹ ਉਹ ਘਟਨਾ ਆ ਜਿਹੜੀ ਸਾਨੂੰ ਕਦੀ ਨਹੀਂ ਭੁੱਲ ਸਕਦੀ। ਜਿਸ ਹਵਾਲਾਤ ਵਿੱਚ ਸਾਨੂੰ ਰੱਖਿਆ ਗਿਆ ਸੀ, ਉੱਥੇ ਲੈਟਰਿੰਗ ਖਿਲਰੀ ਪਈ ਸੀ ਔਰ ਅਸੀਂ ਘੁਟਨੇ ਟੇਕ ਕੇ ਉਸ ਫਰਸ਼ ਦੇ ਉੱਤੇ ਯਿਸੂ ਦੇ ਗੀਤ ਗਾਏ ਔਰ ਪ੍ਰਭੂ ਦਾ ਧੰਨਵਾਦ ਕੀਤਾ, ਪ੍ਰਭੂ ਦੀ ਮਹਿਮਾ ਕੀਤੀ। ਸੋ ਪਾਸਟਰ ਸਾਹਿਬ ਜੀ, ਇੱਕ ਸਵਾਲ ਦੁਨੀਆ ਭਰ ਦੇ ਲੋਕਾਂ ਦੇ ਵਿੱਚ ਨਾ ਟਿਕੀ ਲਗਾਈ ਬੈਠਾ ਵਾ ਕਿ ਇਹ ਮਸੀਹ ਲੋਕ ਪੈਸੇ ਦੇ ਕੇ ਧਰਮ ਬਦਲਦੇ ਆ। ਦੇਖੋ ਜੀ, ਜਦੋਂ ਵੀ ਕੋਈ ਪ੍ਰਚਾਰਕ ਬੰਦਾ ਪਰਮੇਸ਼ਰ ਦੀ ਬਾਣੀ ਦਾ ਪ੍ਰਚਾਰ ਕਰਨ ਲਈ ਜਾਂਦਾ ਹੈ ਨਾ ਜੀ, ਔਰ ਜਦੋਂ ਉਹਨਾਂ ਨੂੰ ਲੋਕ ਉਹਨਾਂ ਦੇ ਬੈਗ ਨੂੰ ਜ਼ਬਤ ਕਰ ਲੈਂਦੇ ਆ, ਉਹਨਾਂ ਦੇ ਕੋਲੋਂ ਖੋਹ ਲੈਂਦੇ ਆ, ਅੱਜ ਤੱਕ ਕੋਈ ਵੀ ਐਸੀ ਵੀਡੀਓ ਜਾਂ ਕੋਈ ਵੀ ਐਸਾ ਸਬੂਤ ਨਹੀਂ ਮਿਲਿਆ ਕਿ ਉਹਨਾਂ ਦੇ ਪੱਲੇ ਪੈਸੇ ਹੋਣ। ਠੀਕ ਹੈ ਜੀ, ਉਹ ਖਾਲੀ ਜਾਂਦੇ ਆ। ਸੋ ਨੰਬਰ 2, ਜਦੋਂ ਵੀ ਪ੍ਰਭੂ ਦੇ ਲੋਕ ਘਰੋਂ ਜਾਂਦੇ, ਉਹਨਾਂ ਨੂੰ ਘਰੋਂ ਹੀ ਪਤਾ ਹੁੰਦਾ ਵਾ ਕਿ ਸਾਡੀ ਉੱਥੇ ਬੇਅਦਬੀ ਹੋਣੀ ਆ,
ਅਸੀਂ ਪਰਮੇਸ਼ਰ ਦੀ ਬਾਣੀ ਦਾ ਪ੍ਰਚਾਰ ਕਰਨਾ ਤੇ ਲੋਕਾਂ ਨੇ ਸਾਡੇ ਵਿਰੋਧ 'ਚ ਖੜੇ ਹੋਣਾ ਹੈ, ਪਰ ਇਹ ਫਿਰ ਵੀ ਨਿਹੱਥੇ ਜਾਂਦੇ ਆ। ਹਾਂਜੀ ਹਾਂਜੀ ਉਸ ਦਾ ਮੁੱਖ ਕਾਰਨ ਤਾਂ ਫਿਰ ਇਹੀ ਆ ਨਾ, ਪ੍ਰਭੂ ਦੇ ਵਚਨ 'ਚ ਪ੍ਰਭੂ ਨੇ ਆਗਿਆ ਦਿੱਤੀ ਆਪਣੇ ਲੋਕਾਂ ਨੂੰ, ਜਾਓ ਤੇ ਸਰਬੱਤ ਸ੍ਰਿਸ਼ਟ ਦੇ ਸਾਹਮਣੇ ਜਾ ਕੇ ਖੁਸ਼ਖਬਰੀ ਦਾ ਪ੍ਰਚਾਰ ਕਰੋ। ਸੋ ਮੈਨੂੰ ਖੁਸ਼ੀ ਹੁੰਦੀ ਆ ਜਦੋਂ ਮੈਂ ਤੁਹਾਡੀਆਂ ਵੀਡੀਓ ਜਾਂ ਤੁਹਾਡੀਆਂ ਲਿਖੀਆਂ ਜਿਹੜੀਆਂ ਗੱਲਾਂ ਨੇ ਇਹਨਾਂ ਨੂੰ ਪੜ੍ਹਦਾ ਹਾਂ, ਸੁਣਦਾ ਹਾਂ। ਮੈਨੂੰ ਚਾਅ ਜਿਹਾ ਚੜ੍ਹਦਾ ਜਦੋਂ ਮੈਨੂੰ ਪਤਾ ਲੱਗਦਾ ਕਿ ਤੁਸੀਂ ਅੱਜ ਉਸ ਪਿੰਡ ਦੇ ਵਿੱਚ ਜਾ ਕੇ ਪਰਮੇਸ਼ਰ ਦੀ ਬਾਣੀ ਦਾ ਪ੍ਰਚਾਰ ਕੀਤਾ, ਔਰ ਤੁਹਾਡੇ ਨਾਲ ਕੁਝ ਹੋਰ ਵੀ ਭਰਾ ਹੁੰਦੇ ਨੇ। ਸੋ ਇਹਨਾਂ ਸਾਰੀਆਂ ਗੱਲਾਂ ਨੂੰ ਮੈਂ ਖੁਦਾ ਦੇ ਅੱਗੇ ਰੱਖਦਾ ਕਿ ਪ੍ਰਭੂ ਇਹਨਾਂ ਸਾਰੀਆਂ ਗੱਲਾਂ ਦੇ ਦੁਆਰਾ ਸਾਨੂੰ ਸਾਰਿਆਂ ਨੂੰ ਬਰਕਤ ਦੇਣ। ਤੇ ਮੈਨੂੰ ਯਾਦ ਆ ਗਿਆ 2 ਲਾਈਨਾਂ ਮੈਂ ਇੱਕ ਗੀਤ ਦੀਆਂ ਸੁਣਾਉਣੀਆਂ ਚਾਹੁੰਦਾ ਆ ਜੋ ਇਸੇ ਹੀ ਗੱਲ ਦੇ ਉੱਤੇ ਹੈ। ਉਹ ਹੈ ਕਿ ਸਾਨੂੰ ਸੇਵਾ ਵਿੱਚ ਪੈ ਗਈ ਐਸਾ ਰੋੜਨ ਦੀ, ਸਾਨੂੰ ਸੇਵਾ ਵਿੱਚ ਪੈ ਗਈ ਪੈਸਾ ਰੋੜਨ ਦੀ, ਸਾਨੂੰ ਜਾਚ ਨੀ ਆਈ ਜੋੜਨ ਦੀ, ਸਾਨੂੰ ਜਾਚ ਨੀ ਆਉਂਦੀ ਜੋੜਨ ਦੀ। ਅਸੀਂ ਲੋਨ ਲੈ ਲੈ ਕੇ ਗੁਜ਼ਾਰੇ ਕਰ ਲੈ, ਕਈਆਂ ਆਪਣੇ ਅਕਾਊਂਟ ਨੱਕੋ ਨੱਕ ਭਰ ਲਏ, ਕਦੇ ਲੈਣ ਦੀ ਰਹੀ ਕਦੇ ਮੋੜਨ ਦੀ, ਸਾਨੂੰ ਜਾਚ ਨੀ ਆਈ ਜੋੜਨ ਦੀ। ਔਰ ਜਿੱਥੋਂ ਤੱਕ ਪਾਸ਼ੀ ਮੇਰਾ ਖਿਆਲ ਆ, ਮੈਂ ਕੋਈ ਬਾਹਲਾ ਤਜਰਬੇਕਾਰ ਤੇ ਨਹੀਂ ਆ, ਪਰ ਜਿੱਥੋਂ ਤੱਕ ਮੇਰਾ ਖਿਆਲ ਆ, ਜਿੰਨੇ ਕੁ ਮੇਰੀ ਰੇਂਜ ਦੇ ਵਿੱਚ ਪਰਮੇਸ਼ਰ ਦੇ ਖਾਦਮ ਆ, ਜੇ ਕੋਈ ਆਰਥਿਕ ਪੱਖੋਂ ਠੀਕ ਵੀ ਆ ਤੇ ਉਹਦੀ ਹੌਬੀ, ਉਹਦੀ ਸੋਚ ਔਰ ਉਹਦਾ ਦਰਸ਼ਨ ਵੀ ਵੱਡਾ ਹੁੰਦਾ ਹੈ। ਸੋ ਖੁਦਾ ਦੇ ਲੋਕ ਖਿਦਮਤ ਦੇ ਵਿੱਚ ਦੇਖੋ ਜੀ, ਪਿਆਰ ਨਾਮ ਕੁਰਬਾਨੀ ਦਾ ਹੀ ਆ। ਆਮੀਨ। ਸੋ ਜਿਹੜੇ ਲੋਕ ਪਰਮੇਸ਼ਰ ਦੇ ਨਾਲ ਪਿਆਰ ਕਰਦੇ, ਉਹਨਾਂ ਦੀਆਂ ਸ਼ਹਾਦਤਾਂ ਵੀ ਆ। ਇਵੈਂਜਲਿਸਟ ਲੋਕ ਆਪਣੇ ਘਰ ਨੂੰ ਛੱਡ ਕੇ, ਆਪਣੇ ਪਰਿਵਾਰ ਨੂੰ ਛੱਡ ਕੇ ਬਾਹਰ ਜਾਂਦੇ ਆ। ਤੁਹਾਡਾ ਭਜਨ ਸੇਵਾ ਦੇ ਮੈਦਾਨ ਵਿੱਚੋਂ ਜੇ ਕਿਸੇ ਦਿਨ ਮੈਂ ਵਾਪਸ ਨਾ ਆਇਆ, ਜੰਗ ਜਾਰੀ ਰੱਖਿਓ। ਉੱਥੇ ਇੱਕ ਸੇਵਕ ਆਪਣੇ ਪਰਿਵਾਰ ਨੂੰ ਹੀ ਕਹਿ ਰਿਹਾ, ਆਪਣੇ ਨਾਲ ਦੇ ਜਿਹੜੇ ਸਾਥੀ ਉਹਨਾਂ ਨੂੰ ਹੀ ਕਹਿ ਰਿਹਾ, ਕਿਉਂਕਿ ਉਹਨੂੰ ਘਰੋਂ ਤੁਰਨ ਲੱਗਿਆ ਹੀ ਪਤਾ ਨਹੀਂ ਮੈਂ ਵਾਪਸ ਆਉਣਾ ਕਿ ਨਹੀਂ ਆਉਣਾ। ਸੋ ਖੁਦਾ ਦਾ ਧੰਨਵਾਦ ਆ। ਸੋ ਪਾਸਟਰ ਸਾਹਿਬ ਜੀ, ਤੁਹਾਡੇ ਹਾਲਾਤ ਜੋ ਘਰ ਦੇ ਆਰਥਿਕ ਹਾਲਾਤ ਨੇ, ਉਹ ਤੁਹਾਡੇ ਘਰ ਦਾ ਸਰਕਲ ਕਿਵੇਂ ਚੱਲਦਾ ਹੈ? ਇਹ ਸਰਕਲ ਪ੍ਰਭੂ ਯਿਸੂ ਮਸੀਹ ਦੀ ਕਿਰਪਾ ਨਾਲ ਠੀਕ ਠਾਕ ਚੱਲ ਰਿਹਾ ਹੈ। ਤੋ ਕਈ ਵਾਰ ਬੰਦੇ ਸੋਚਦੇ ਆ ਕਿ ਪਾਸਟਰ ਅਮਾਨਤ ਲੇਖਕ ਆ, ਹਾਂਜੀ, ਬੜੇ ਉੱਚੇ ਖਿਆਲ ਆ, ਵਧੀਆ ਗੀਤ ਲਿਖਦਾ, ਸ਼ਾਇਦ ਕੋਠੀ ਹੋਏਗੀ, ਸ਼ਾਇਦ ਕੋ ਗੱਡੀ ਗੁੱਡੀ ਕਾਰ ਕੋਰ ਵਧੀਆ ਸਟੈਂਡਰਡ ਹੋਏਗਾ। ਹਾਂਜੀ। ਤੇ ਇਹ ਮੈਂ ਦੱਸਣਾ ਜ਼ਰੂਰ ਚਾਹਾਂਗਾ ਕਿ ਮੇਰੇ ਕੋਲ ਇੱਕ ਮੋਟਰਸਾਈਕਲ ਆ ਤੇ 5 ਅਸੀਂ ਜੀ ਆ। ਅੱਛਾ ਜੀ। ਤੇ ਉਹਦੇ ਤੇ ਅਸੀਂ ਸਵਾਰ ਹੋ ਕੇ ਬਾਰਿਸ਼ਾਂ ਵਿੱਚ ਵੀ ਜਾਂਦੇ ਆ, ਧੁੱਪਾਂ 'ਚ ਵੀ ਜਾਂਦੇ ਆ। ਪ੍ਰਭੂ ਦਾ ਧੰਨਵਾਦ ਕਰਦੇ ਜਾਂਦੇ ਕਿ ਉਹਨੇ ਸਾਨੂੰ ਛੋਟਾ ਹੀ ਭਾਵੇਂ ਸਾਧਨ ਆ, ਪਰ ਅਸੀਂ ਰੁਕਦੇ ਨਹੀਂ, ਪ੍ਰਭੂ ਦੀ ਮਹਿਮਾ ਅਸੀਂ ਕਰਦੇ ਜਾਂਦੇ ਆ। ਤੇ ਇਸ ਵਾਰ ਅਸੀਂ ਮਿਹਨਤ ਕਰਕੇ ਖੁਦ ਝੋਨਾ ਲਗਾ ਕੇ ਪ੍ਰਭੂ ਯਿਸੂ ਮਸੀਹ ਦੀ ਸੇਵਕਾਈ ਦੇ ਵਿੱਚ ਅਸੀਂ ਆਏ ਆ। ਤੇ ਪ੍ਰਭੂ ਬਸ ਇਦਾਂ ਹੀ ਚਲਾ ਰਿਹਾ। ਜਿੱਦਾਂ ਮੈਂ ਇੱਕ ਸ਼ੇਰ ਲਿਖਿਆ ਸੀਗਾ ਕਿ ਤਿੱਖੜ ਦੁਪਹਿਰ ਠੰਡੀ ਸ਼ਾਮ ਕਰ ਦਿੰਦਾ ਹੈ, ਤਿੱਖੜ ਦੁਪਹਿਰ ਠੰਡੀ ਸ਼ਾਮ ਕਰ ਦਿੰਦਾ ਹੈ, ਵੇਲੇ ਸਿਰ ਯਿਸੂ ਇੰਤਜ਼ਾਮ ਕਰ ਦਿੰਦਾ ਹੈ। ਕੀ ਬਾਤ। ਤੋ ਬਸ ਪ੍ਰਭੂ ਇੰਤਜ਼ਾਮ ਕਰੀ ਜਾ ਰਿਹਾ ਹੈ, ਅਸੀਂ ਜਾਈ ਜਾ ਰਹੇ ਹਾਂ ਤੇ ਪ੍ਰਭੂ ਦੀ ਮਹਿਮਾ ਲਈ ਲਿਖ ਰਹੇ ਹਾਂ, ਗਾ ਰਹੇ ਹਾਂ। ਇੱਕੋ ਹੀ ਮੇਰੇ ਕੋਲ ਕਮਰਾ ਆ ਤੇ ਉਹੀ ਕਮਰਾ ਜਦੋਂ ਸਵੇਰ ਵਾਲੇ ਸਾਰਾ ਦਿਨ ਬੱਚੇ, ਕਿਉਂਕਿ ਲੋਕਡਾਊਨ ਆ, ਬੱਚੇ ਤੰਗ ਕਰਦੇ, ਪਰੇਸ਼ਾਨ, ਮੈਂ ਪੜ੍ਹਦਾ ਨੀਗਾ, ਨਾ ਲਿਖਦਾ ਹੀ ਆ ਕੁਛ। ਪਰ ਜਦੋਂ ਖਾਣਾ ਖੁਣਾ ਖਾ ਕੇ ਰਾਤ ਨੂੰ 10-11 ਵਜੇ ਸੌਂ ਜਾਂਦੇ ਆ, ਫਿਰ ਉਹੀ ਕਮਰਾ ਜਿਹੜਾ ਆ ਉਹ ਮੇਰਾ ਦਫ਼ਤਰ ਬਣ ਜਾਂਦਾ। ਉਹਦੇ ਵਿੱਚ ਹੀ ਮੈਂ 2:30-3 ਵਜੇ ਤੱਕ ਜਾਗਦਾ ਰਹਿਣਾ ਆ, ਪੜ੍ਹਦਾ ਰਹਿਣਾ ਆ, ਲਿਖਦਾ ਰਹਿਣਾ ਆ, ਪ੍ਰਾਰਥਨਾ ਕਰਦਾ ਆ। ਤੇ ਬਸ ਇਹਦੇ ਨਾਲ ਹੀ, ਇਹਨਾਂ ਸਾਧਨਾ ਦੇ ਨਾਲ ਹੀ ਜਿੰਨੇ ਕੁ ਜੋਗੇ ਹੈਗੇ ਆ ਪ੍ਰਭੂ ਦੀ ਸੇਵਾ ਕਰ। ਠੀਕ ਹੈ। ਸੋ ਇੱਥੋਂ ਸਾਬਤ ਹੁੰਦਾ ਕਿ ਜਿਹੜੇ ਲੋਕ ਇਲਜ਼ਾਮ ਲਾਉਂਦੇ ਮਸੀਹ ਲੋਕਾਂ ਉੱਤੇ ਕਿ ਪੈਸੇ ਦੇ ਕੇ ਲੋਕਾਂ ਨੂੰ ਕ੍ਰਿਸਚੀਅਨ ਬਣਾ ਰਹੇ ਆ, ਦੇਖੋ ਜੀ, ਜੇ ਮੇਰੇ ਕੋਲ ਪੈਸੇ ਹੋਣ ਤਾਂ ਮੈਂ ਦੂਸਰੇ ਲੋਕਾਂ ਨੂੰ ਕ੍ਰਿਸਚੀਅਨ ਬਣਾਉਣ ਵਾਸਤੇ ਜੋ ਦੇਣੇ ਮੈਂ ਤੁਹਾਨੂੰ ਦੇਵਾਂ। ਹਾਂਜੀ, ਹਨਾ ਜੀ, ਕਿਉਂਕਿ ਤੁਸੀਂ ਤੇ ਬਣੇ ਹੀ ਹੋ ਤੇ ਤੁਹਾਨੂੰ ਦਈਏ। ਇਹਦਾ ਮਤਲਬ ਇਹ ਆ
ਕਿ ਖੁਦਾ ਦੇ ਲੋਕ ਜਿਹੜੀ ਖੁਦਾ ਦੀ ਖਿਦਮਤ ਕਰ ਰਹੇ ਆ, ਪਰਮੇਸ਼ਰ ਦੀ ਬੁਲਾਹਟ ਆ, ਕਿਉਂਕਿ ਪਰਮੇਸ਼ਰ ਧਨੀਆਂ ਨੂੰ ਵੀ ਪਿਆਰ ਕਰਦਾ ਤੇ ਪਰਮੇਸ਼ਰ ਕੰਗਾਲਾਂ ਨੂੰ ਵੀ ਪਿਆਰ ਕਰਦਾ। ਸੋ ਕਿਹੜੇ ਸਿੰਗਰ ਤੁਹਾਡੇ ਗੀਤ ਗਾ ਚੁੱਕੇ ਆ, ਜਾਂ ਇਹਨਾਂ ਦਿਨਾਂ ਦੇ ਵਿੱਚ ਕਿਹੜੇ ਗੀਤ ਜਿਹੜੇ ਤੁਸੀਂ ਲਿਖੇ ਆ, ਕਿਹੜੇ ਸਿੰਗਰ ਉਹਨਾਂ ਨੂੰ ਗਾ ਰਹੇ ਆ? ਜੇ ਸਭ ਤੋਂ ਪਹਿਲਾਂ ਤੇ ਇਹ ਹੈ ਕਿ ਜਿਨ੍ਹਾਂ ਨੇ ਮੇਰੇ ਗੀਤ ਗਾਏ ਆ ਉਹਨਾਂ ਵਿੱਚੋਂ ਸਰਬਜੀਤ ਮਸੀਹ ਲੁਧਿਆਣੇ ਤੋਂ ਜੀ, ਰਾਹੁਲ ਹਾਮ ਜੀ ਲੁਧਿਆਣੇ ਤੋਂ, ਆਪਣੇ ਮੁਰਿੰਡੇ ਤੋਂ ਬ੍ਰਦਰ ਬਾਦਲ ਕੁਮਾਰ, ਤੇ ਸਤਨਾਮ ਭੱਟੀ ਜੀ ਜਿਹੜੇ ਉਹ ਗੀਤ ਉਹ ਚੱਲ ਰਿਹਾ ਜਿੰਨਾ ਚਿਰ ਰਿਹਾ ਬੰਦਿਆ ਮੋਬਾਈਲ ਫੋਲ ਦਾ। ਅੱਛਾ ਜੀ। ਕੀਤੀ ਹੁੰਦੀ ਜੇ ਦੁਆ ਤੇ ਖੁਦਾ ਬੋਲ, ਚੋਰੀ ਦੀ ਰੋਟੀ, ਤੇ ਹੇ ਪਤਨੀਓ ਆਪਣੇ ਪਤੀਆਂ ਦੇ ਅਧੀਨ ਰਹੋ, ਇਹ ਸਤਨਾਮ ਭੱਟੀ ਜੀ ਨੇ ਗੀਤ ਗਾਏ ਆ। ਤੇ ਆਉਣ ਵਾਲੇ ਦਿਨਾਂ ਦੇ ਵਿੱਚ ਆਪਣੇ ਜੰਮੂ ਤੋਂ ਸਾਡੇ ਪਾਸਟਰ ਸਾਹਿਬ ਨੇ ਇਮਾਨੁਅਲ ਸਿੱਧੂ ਜੀ, ਉਹ ਸ਼ਾਇਦ ਇਸੇ ਮਹੀਨੇ 'ਚ ਗੀਤ ਰਿਲੀਜ਼ ਹੋ ਜਾਏਗਾ। ਸੇਵਾ ਦੇ ਮੈਦਾਨ 'ਚੋਂ ਦੁਬਾਰਾ ਉਹ ਕਰ ਰਹੇ ਆ, ਜੇ ਮੈਂ ਵਾਪਸ ਨਾ ਆਇਆ ਜੰਗ ਜਾਰੀ ਰੱਖਿਓ, ਤੇ ਸ਼ਾਇਦ ਇਸੇ ਮਹੀਨੇ ਦੇ ਵਿੱਚ ਉਹ ਰਿਲੀਜ਼ ਹੋ ਜਾਏਗਾ। ਆਉਣ ਵਾਲੇ ਗੀਤਾਂ ਦੇ ਵਿੱਚ ਇਹ ਹੈ ਕਿ ਜਿੱਦਾਂ ਬ੍ਰਦਰ ਸ਼ਮੀ ਹੰਸੂ ਨੇ ਇੱਕ ਗੀਤ ਕਰ ਰਹੇ ਆ, ਉਹ ਵੀ ਸੇਵਾ ਦੇ ਮੈਦਾਨ ਦਾ ਹੀ ਟੇਸਟ ਹੈ ਉਹਦੇ ਅੰਦਰ। ਹੋਣਾ ਪੈਂਦਾ ਪੂਰੀ ਤਰ੍ਹਾਂ ਖਾਕ ਸੇਵਕੋ, ਸੇਵਕਾਈ ਹੁੰਦੀ ਨਹੀਂ ਮਜ਼ਾਕ ਸੇਵਕੋ। ਤੇ ਹੋਰ ਪਾਸਟਰ ਰੋਬਨ ਜੀ ਨੇ ਉਹ ਵੀ ਇੱਕ ਗੀਤ ਕਰ ਰਹੇ ਆ, ਤੇ ਬ੍ਰਦਰ ਰਾਹੁਲ ਹਾਮ, ਸਰਬਜੀਤ ਪਾਜੀ, ਬਹੁਤ ਸਾਰੇ ਹੋਰ ਵੀ ਸਿੰਗਰ ਨੇ ਜਿਹੜੇ ਮੇਰੇ ਗੀਤਾਂ ਨੂੰ ਗਾ ਰਹੇ ਆ। ਉਧਰ ਦਸੂਏ ਦੇ ਲਾਗੇ ਇੱਕ ਪਿੰਡ ਆ ਸ਼ਾਂਗਲਾ ਜੀ, ਉੱਥੋਂ ਇੱਕ ਬ੍ਰਦਰ ਮੇਰੇ ਕੋਲ ਆਏ ਸੀ, ਉਹ ਸੇਵਕਾਈ ਵੀ ਕਰਦੇ ਆ, ਪਾਸਟਰ ਮਲਕੀਤ, ਤੇ ਉਹ ਵੀ ਮੇਰਾ ਇੱਕ ਗੀਤ ਗਾ ਰਹੇ ਆ ਜੀ। ਤੇ ਪ੍ਰਭੂ ਦਾ ਧੰਨਵਾਦ ਕਿ ਬਹੁਤ ਸਾਰੇ ਹੋਰ ਸਿੰਗਰ ਨੇ, ਲਗਭਗ ਵਿਦੇਸ਼ਾਂ ਦੇ ਵਿੱਚ ਵੀ ਗੀਤ ਜਿਹੜੇ ਮੇਰੇ ਰਿਲੀਜ਼ ਹੋ ਰਹੇ ਆ। ਤੇ ਪ੍ਰਭੂ ਦੀ ਕਿਰਪਾ ਦੇ ਨਾਲ ਮੈਨੂੰ ਖੁਦਾ ਵੱਖਰੇ ਵੱਖਰੇ ਤਰੀਕੇ ਨਾਲ ਵੱਖਰੇ ਵੱਖਰੇ ਵਿਸ਼ੇ ਦਿੰਦਾ ਗੀਤਾਂ ਦੇ। ਜਿਸ ਤਰ੍ਹਾਂ ਸੇਵਕਾਂ ਦੇ ਉੱਤੇ ਕਾਫੀ ਕੁਝ ਮੈਂ ਲਿਖਿਆ, ਪਰ ਸੇਵਕਾਂ ਦੀਆਂ ਪਤਨੀਆਂ ਦੇ ਬਾਰੇ ਮੈਂ ਅੱਜ ਤੱਕ ਨਹੀਂ ਸੀ ਲਿਖਿਆ ਜੀ। ਮੈਂ ਇਹੋ ਹੀ ਗੱਲ ਕਰਨ ਲੱਗਾ ਸੀ ਹਾਂਜੀ ਕਿ ਤੁਸੀਂ ਗੀਤ ਲਿਖਿਆ ਜਿਹੜਾ ਪਰਮੇਸ਼ਰ ਦੇ ਦਾਸਾਂ ਦੀਆਂ ਪਤਨੀਆਂ ਉੱਤੇ ਜੀ ਔਰ ਇਹ ਡਿਫਰੈਂਟ ਆ, ਇਹ ਅਲੱਗ ਆ, ਕਿਉਂਕਿ ਮੇਰੇ ਖਿਆਲ ਦੇ ਨਾਲ ਇਹ ਪਹਿਲੀ ਵਾਰ ਆ। ਸੋ ਕਿਹੜਾ ਭਜਨ ਆ ਜਿਹੜਾ ਤੁਸੀਂ ਖੁਦਾ ਦੇ ਦਾਸਾਂ ਦੀਆਂ ਪਤਨੀਆਂ ਦੇ ਉੱਤੇ ਲਿਖ ਰਹੇ ਹੋ? ਜੀ ਉਹ ਗੀਤ ਹੈ ਕਿ ਸੇਵਕਾਂ ਦਿਓ ਪਤਨੀਓ ਸੇਵਾ ਵਿੱਚ ਨਾਲ ਖੜੋ, ਸੇਵਕਾਂ ਦਿਓ ਪਤਨੀਓ ਸੇਵਾ ਵਿੱਚ ਨਾਲ ਖੜੋ। ਹੋ ਜੰਗ ਜਿਹੜੀ ਲੱਗੀ ਹੈ ਸ਼ੈਤਾਨ ਨਾਲ, ਇੱਕ ਮੁੱਠ ਹੋ ਕੇ ਲੜੋ, ਸੇਵਕਾਂ ਦਿਓ ਪਤਨੀਓ। ਇੱਕ ਸੇਵਕ ਦੀ ਪਤਨੀ ਸੇਵਕ ਨਾਲ ਖੜੀ ਹੋਵੇ, ਇੱਕ ਸੇਵਕ ਦੀ ਪਤਨੀ ਸੇਵਕ ਨਾਲ ਖੜੀ ਹੋਵੇ। ਇਹ ਮਾਇਨੇ ਨਹੀਂ ਰੱਖਦਾ ਅਨਪੜ੍ਹ ਜਾਂ ਪੜ੍ਹੀ ਹੋਵੇ, ਇੱਕ ਸੇਵਕ ਦੀ ਪਤਨੀ। ਕੀ ਬਾਤ ਹੈ। तो ये दूसरा गीत है ਜਿਹੜਾ ਸੇਵਕ ਦੀ ਪਤਨੀ ਦੇ ਉੱਤੇ ਆ। ਪ੍ਰਭੂ ਦਾ ਧੰਨਵਾਦ, ਪ੍ਰਭੂ ਹੋਰ ਨਵਾਂ ਦੇਵੇ ਕਿ ਮੈਂ ਮਸੀਹੀ ਲੋਕਾਂ ਦੀ ਝੋਲੀ ਦੇ ਵਿੱਚ ਗੀਤ ਪਾਉਂਦਾ ਰਵਾਂ। ਸੋ ਹੁਣ ਤੱਕ ਕਿੰਨੇ ਭਜਨ ਨੇ ਜੋ ਤੁਸੀਂ ਲਿਖ ਚੁੱਕੇ ਹੋ ਪ੍ਰਭੂ ਦੀ ਮਹਿਮਾ ਦੇ ਲਈ? ਜੀ ਮੇਰੇ ਕੋਲ ਗਿਣਤੀ ਤੇ ਪ੍ਰੋਪਰ ਨਹੀਂ ਉਹਨਾਂ ਦੀ, ਲੇਕਿਨ ਫਿਰ ਵੀ ਮੈਂ ਲਗਭਗ ਕਹਿ ਸਕਦਾ ਕਿ 650-700 ਦੇ ਕਰੀਬ ਹੈ ਜੀ, ਜੋ ਮੈਂ ਇਸ ਵੇਲੇ ਲਿਖ ਦਿੱਤੇ ਨੇ, ਗਜ਼ਲਾਂ ਕਵਿਤਾਵਾਂ ਸਭ। ਸੋ ਸ਼ਾਇਰ ਇਹ ਆਪਣੇ ਮਨ ਦੇ ਵਿੱਚ ਤਮੰਨਾ ਰੱਖਦੇ ਕਿ ਸਾਡੀ ਸ਼ਾਇਰੀ ਦੇ ਵਿੱਚ ਚਾਰ ਚੰਦ ਲੱਗਣ, ਹੋਰ ਵੀ ਨਿਖਾਰ ਆਵੇ। ਕੁਝ ਤੁਸੀਂ ਵੀ ਅਲੱਗ ਕਰ ਰਹੇ ਹੋ ਇਹਨਾਂ ਦਿਨਾਂ ਦੇ ਵਿੱਚ?
ਹਾਂਜੀ, ਜਿਸ ਤਰ੍ਹਾਂ ਮੇਰਾ ਦਰਸ਼ਨ ਆ, ਮੈਂ ਪ੍ਰਭੂ ਕੋ ਮੰਗ ਰਿਹਾ ਆ ਕਿ ਬਾਈਬਲ ਦੇ ਵਿੱਚ ਜਿੱਦਾਂ ਸ਼੍ਰੇਸ਼ਟ ਗੀਤ ਆ ਜੀ। ਸੁਲੇਮਾਨ ਦਾ ਗੀਤ, ਤੇ ਉਸ ਨੂੰ ਮੈਂ ਕਲਮਬੰਦ ਕਰਨਾ ਚਾਹੁੰਦਾ। ਕੀ ਬਾਤ। ਉਸ ਨੂੰ ਮੈਂ ਬਹਿਰਾਂ ਦੇ ਵਿੱਚ, ਛੰਦਾਂ ਦੇ ਵਿੱਚ ਲੈ ਕੇ ਆਉਣਾ ਚਾਹੁੰਦਾ, ਤਾਂ ਕਿ ਲੋਕ ਉਹ ਜਿਹੜਾ ਪੜ੍ਹਦੇ ਆ, ਜਿਹੜਾ ਪੜ੍ਹ ਕੇ ਤੇ ਸ਼ਰਮਾਉਂਦੇ ਆ, ਉਹਨਾਂ ਨੂੰ ਸਮਝ ਨਹੀਂ ਲੱਗਦੀ, ਬੰਦ ਕਰ ਦਿੰਦੇ। ਮੈਂ ਕਹਿੰਦਾ ਵੀ ਬੱਚਾ ਸ਼੍ਰੇਸ਼ਟ ਗੀਤ ਆਪਣੀ ਜ਼ੁਬਾਨ ਤੋਂ ਗਾਵੇ। ਆਮੀਨ। ਤੇ ਦੂਸਰਾ ਮੇਰਾ ਇੱਕ ਹੋਰ ਆ ਕਿ ਯਰਮੀਆ ਦਾ ਜਿਹੜਾ ਵਿਰਲਾਪ ਆ ਜੀ, ਉਹਨੂੰ ਵੀ ਮੈਂ ਕਲਮਬੰਦ ਕਰਨਾ ਚਾਹੁੰਦਾ, ਜੇ ਪ੍ਰਭੂ ਦੀ ਇੱਛਾ ਹੋਈ। ਤੇ ਮੈਂ ਪੂਰਾ ਪ੍ਰਭੂ ਕੋਲੋਂ ਮੰਗਾਂਗਾ ਕਿ ਉਹ ਮੈਨੂੰ ਹਿੰਮਤ ਦੇਵੇ ਕਿ ਮੈਂ ਯਰਮੀਆ ਦਾ ਵਿਰਲਾਪ ਤੇ ਸ਼੍ਰੇਸ਼ਟ ਗੀਤ, ਇਹ 2 ਕਿਤਾਬਾਂ ਹੀ ਨੇ ਜੋ ਮੇਰੇ ਸਾਹਮਣੇ ਆ, ਮੈਂ ਇਸ ਤਰ੍ਹਾਂ ਦੀ ਸ਼ਾਇਰੀ ਆਉਣ ਵਾਲੇ ਸਮੇਂ 'ਚ ਕਰਨਾ ਚਾਹੁੰਦਾ। ਸੋ ਪਾਸਟਰ ਸਾਹਿਬ ਜੀ, ਸਾਡੀ ਪ੍ਰਾਰਥਨਾ ਹੈ ਉਸ ਖੁਦਾ ਦੇ ਅੱਗੇ ਜਿਸ ਖੁਦਾ ਨੇ ਤੁਹਾਨੂੰ ਇਹ ਟਾਰਗੇਟ, ਇਹ ਦਰਸ਼ਨ ਦਿੱਤਾ ਹੈ, ਸੋ ਪਰਮੇਸ਼ਰ ਤੁਹਾਡੇ ਇਸ ਦਰਸ਼ਨ ਨੂੰ ਜ਼ਰੂਰ ਪੂਰਾ ਕਰੇ। ਔਰ ਸੰਤ ਜੀ, ਤੁਸੀਂ ਆਪਣੇ ਉਸਤਾਦ ਦਾ ਜ਼ਿਕਰ ਕਰ ਰਹੇ ਸੀ, ਸੁਲੱਖਣ ਸਰਹੱਦੀ ਜੀ ਦਾ, ਔਰ ਇਹਦਾ ਮਤਲਬ ਜੇ ਕੋਈ ਤੁਹਾਡਾ ਸ਼ਾਗਿਰਦ ਅੱਗੇ ਪੈਣਾ ਚਾਹਵੇ, ਕੋਈ ਤੁਹਾਡੇ ਕੋਲੋਂ ਸਿੱਖਣਾ ਚਾਹਵੇ, ਤਾਂ ਉਸ ਦੇ ਲਈ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਜੀ, ਮੈਂ ਵੀ ਇਹੀ ਚਾਹੁੰਦਾ ਆ ਕਿ ਜਿੱਦਾਂ ਲਿਖ ਰਹੇ ਆ ਤੇ ਗੀਤ ਛੇਤੀ ਖਤਮ ਹੋ ਜਾਂਦੇ ਆ ਜੀ, ਪਰ ਜਿਹੜਾ ਇੱਕ ਗੀਤ ਮਿਹਨਤ ਕਰਕੇ, ਸਿੱਖ ਕੇ, ਸ਼ਾਇਰੀ ਦੇ ਬਾਰੇ ਚੰਗੀ ਤਰ੍ਹਾਂ ਜਾਣ ਕੇ ਲਿਖਿਆ ਜਾਂਦਾ, ਉਹ ਕਦੀ ਗੀਤ ਖਤਮ ਨਹੀਂ ਹੁੰਦੇ, ਉਹ ਸਦਾ ਗੀਤ ਚੱਲਦੇ ਰਹਿੰਦੇ, ਕਿਉਂਕਿ ਉਹ ਗੀਤ ਮੀਟਰ ਵਿੱਚ ਹੁੰਦੇ ਆ, ਬਹਿਰ ਵਿੱਚ ਹੁੰਦੇ ਆ, ਉਹਨਾਂ ਦਾ ਕਾਫੀਆ ਠੀਕ ਹੁੰਦਾ, ਰਦੀਫ ਠੀਕ ਹੁੰਦਾ, ਸ਼ਾਇਰੀ ਦੀਆਂ ਯਾਨੀ ਕਿ ਯੋਗਤਾਵਾਂ ਦੇ ਅਨੁਸਾਰ ਉਹ ਗੀਤ ਹੁੰਦਾ। ਜਿਹੜੇ ਕੋਈ ਲੇਖਕ, ਲੜਕੇ ਲੜਕੀਆਂ, ਸਾਡੀਆਂ ਭੈਣਾਂ ਭਰਾ ਕੋਈ ਵੀ ਸਿੱਖਣਾ ਚਾਹੁੰਦਾ ਸ਼ਾਇਰੀ ਦੇ ਬਾਰੇ, ਤੇ ਮੈਂ ਉਹਨੂੰ ਜ਼ਰੂਰ ਸਿਖਾਉਣ ਦੇ ਲਈ ਤਿਆਰ ਹਾਂ। ਕੋਈ ਐਸੀ ਗੱਲ ਨਹੀਂ, ਮੈਂ ਉਹਨਾਂ ਦਾ ਸਵਾਗਤ ਕਰਾਂ। ਇਹ ਸੱਚਾਈ ਆ ਪਾਸ਼ਾ ਜੀ। ਕਈ ਲੋਕ ਗੀਤ ਲਿਖਣ ਤੋਂ ਬਾਅਦ ਇਹ ਸ਼ਬਦ ਬੋਲ ਦਿੰਦੇ ਜੀ, ਸਾਨੂੰ ਇਹ ਗੀਤ ਰੱਬ ਨੇ ਦਿੱਤਾ, ਇਹ ਆਤਮਾ ਨੇ ਸਾਨੂੰ ਗੀਤ ਦਿੱਤਾ। ਉੱਥੇ ਉਹ ਗੁੰਜਾਇਸ਼ ਹੀ ਮੁੱਕ ਜਾਂਦੀ ਕਿ ਅਸੀਂ ਟੀਕਾ ਟਿੱਪਣੀ ਕਰ ਸਕੀਏ। ਪਰ ਸੱਚਾਈ ਇਹ ਆ ਕਿ ਜੋ ਤੁਸੀਂ ਬੋਲ ਰਹੇ ਹੋ, ਜੋ ਵੀ ਤੁਸੀਂ ਆਪਣੀ ਸਿੱਖਿਆ ਮੁਤਾਬਕ ਗੱਲ ਕਰ ਰਹੇ ਹੋ, ਉਹ ਢਾਂਚੇ ਦੇ ਵਿੱਚ ਪੂਰਾ ਫਿੱਟ ਨਹੀਂ ਹੁੰਦਾ ਗੀਤ ਜੀ। ਔਰ ਇਹ ਸੱਚਾਈ ਆ ਕਿ ਸਿੱਖਣਾ ਬਹੁਤ ਲਾਜ਼ਮੀ ਹੈ। ਸੋ ਮੈਂ ਗੁਜ਼ਾਰਿਸ਼ ਕਰਾਂਗਾ ਸਰੋਤਿਆਂ ਦੇ ਅੱਗੇ ਕਿ ਤੁਸੀਂ ਪਾਸਟਰ ਸਾਹਿਬ ਨਾਲ ਕੰਟੈਕਟ ਕਰ ਸਕਦੇ ਹੋ। ਸੋ ਮਿਹਰਬਾਨੀ ਕਰਕੇ ਆਪਣਾ ਕੰਟੈਕਟ ਤੁਸੀਂ ਦੱਸ ਸਕਦੇ ਹੋ। ਜੀ, ਮੇਰਾ WhatsApp ਨੰਬਰ ਆ 814667 24727, ਔਰ ਦੂਸਰਾ ਮੇਰਾ ਇੱਕ ਹੋਰ ਨੰਬਰ ਆ 9914 34727। ਇਹਨਾਂ ਦੋਨਾਂ ਨੰਬਰਾਂ ਤੇ ਤੁਸੀਂ ਜਦੋਂ ਦਿਲ ਕਰੇ ਕੰਟੈਕਟ ਕਰ ਸਕਦੇ ਹੋ। ਕੁਝ 2 ਮੇਰੇ ਸ਼ਾਗਿਰਦ ਹਨ ਜਿਹੜੇ ਸ਼ਾਇਰੀ ਸਿੱਖ ਰਹੇ ਆ, ਤੇ ਕਿਉਂਕਿ ਪ੍ਰਭੂ ਉਹਨਾਂ ਨੂੰ ਵਧਾ ਰਿਹਾ, ਔਰ ਜਿਹੜੇ ਸਿੱਖਣਾ ਚਾਹੁੰਦੇ ਆ ਨਾ, ਉਹ ਆਪਣੀ ਉਮਰ ਨਹੀਂ ਦੇਖਦੇ ਕਿ ਮੇਰੀ ਉਮਰ ਕਿੰਨੀ ਹੈ। ਜਦੋਂ ਉਹਨਾਂ ਨੂੰ ਪਤਾ ਲੱਗ ਜੇ ਕਿ ਮੈਂ ਇੱਥੋਂ ਮੇਰੀ 'ਚ ਘਾਟ ਆ, ਉਹ ਆਪਣੀ ਉਮਰ ਨੂੰ ਛੱਡ ਕੇ ਸਿੱਖਣਾ ਸ਼ੁਰੂ ਕਰ ਦਿੰਦੇ ਆ। ਤੇ ਸਿੱਖਣ ਦੀ ਕੋਈ ਉਮਰ ਨਹੀਂ ਹੁੰਦੀ। ਮੈਂ ਤੁਹਾਡੀ ਹੈਲਪ ਕਰਨ ਦੇ ਲਈ ਤਿਆਰ ਹਾਂ। ਪ੍ਰਭੂ ਤੁਹਾਨੂੰ ਬਰਕਤ ਦੇ। ਸੋ ਇਹ ਸੀ ਪ੍ਰਭੂ ਦੇ ਦਾਸ ਪਾਸਟਰ ਇਮਾਨਤ ਗਿੱਲ ਦੇ ਜੀਵਨ ਕਾਲ ਦੀਆਂ ਗੱਲਾਂ। ਸੋ ਪਰਮੇਸ਼ਰ ਦੇ ਸ਼ਬਦਾਂ ਦੁਆਰਾ ਔਰ ਇਸ ਇੰਟਰਵਿਊ ਦੇ ਦੁਆਰਾ ਆਪ ਸਭ ਨੂੰ ਬਹੁਤ ਸਾਰੀ ਆਸ਼ੀਸ਼ ਤੇ ਬਰਕਤ ਦੇਣਗੇ। ਸੋ ਪਾਸਟਰ ਸਾਹਿਬ ਜੀ, ਅੰਤ ਦੇ ਵਿੱਚ ਮੈਂ ਤੁਹਾਡਾ ਇਸ ਸਟੂਡੀਓ ਦੇ ਵਿੱਚ ਆਉਣ ਤੇ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਹਾਂ। ਮੈਂ ਵੀ ਇੱਕ ਵਾਰ ਰੂਹਾਨ ਟੀਵੀ ਦਾ ਤੇ ਤੁਹਾਡਾ ਪਾਸਟਰ ਸਰਵਣ ਮੇਜਰ ਜੀ ਬਹੁਤ ਧੰਨਵਾਦੀ ਹਾਂ। ਸਭ ਤੋਂ ਵੱਧ ਪ੍ਰਭੂ ਯਿਸੂ ਮਸੀਹ ਦਾ, ਜਿਹਨੇ ਮੈਨੂੰ ਇੱਥੇ ਆਉਣ ਲਈ ਸਮਾਂ ਦਿੱਤਾ। ਓਕੇ ਜੀ, ਸਾਡੇ ਵੱਲੋਂ ਆਪ ਸਭ ਨੂੰ ਜੈ ਮਸੀਹ। ਜੈ ਮਸੀਹ।